267 गुरु ग्रंथ साहिब के ਸਰੂਪ ਦੀ ਜਿਹੜਾ गुम होने का लापता होने का ਜਿਹੜਾ मामला है, आखिर 4 साल क्यों निकल गए है इस दी जांच कराउण दे मुद्दे ते। ਉਹਨਾਂ ਨੇ ਇਸ ਦੀ ਜਿਹੜੀ ਗੰਭੀਰਤਾ ਵਾ ਉਹਨੂੰ ਕਿੰਨੇ ਢੁਗਾਈ ਨਾਲ ਲਿਆ ਹੋਏਗਾ ਕਿ ਅਸੀਂ ਬਿਲਕੁਲ ਇਸ ਗੱਲ ਤੇ ਸਮਝੌਤਾ ਨਹੀਂ ਕਰਾਂਗੇ, ਇਸ ਗੱਲ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਕਿਸੇ ਤਰ੍ਹਾਂ ਦੀ ਕੱਲ ਨੂੰ ਕੋਈ ਰਾਜਨੀਤੀ ਨਾ ਹੋਵੇ। 9 ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਕਿਉਂਕਿ ਉਦੋਂ ਪਾਣੀ ਦੀ ਨਾਲ ਹੀ 9 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹ ਪ੍ਰਕਾਸ਼ ਕਰਨ ਯੋਗ ਨਹੀਂ ਰਹੇ। ਇਹ ਜਿਹੜੇ ਸਰੂਪ ਆ ਬੜੇ ਸਤਿਕਾਰ ਨਾਲ ਇਹਨਾਂ ਨੂੰ ਗੋਇੰਦਵਾਲ ਸਾਹਿਬ ਭੇਜਿਆ ਗਿਆ। ਇਹ ਉਸ ਸਮੇਂ ਇਹ ਘਟਨਾ ਵਾਪਰਦੀ ਆ। ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਦੇ ਜਿਹੜੇ ਜਥੇਦਾਰ ਸੀਗੇ ਅਕਾਲ ਤਖਤ ਸਾਹਿਬ ਦੇ ਗਿਆਨੀ ਗੁਰਬਚਨ ਸਿੰਘ, ਉਹ ਕੀ ਕਰ ਰਹੇ ਸੀਗੇ? ਬਿਲਕੁਲ ਉਹਨਾਂ ਦੇ ਨੱਕ ਦੇ ਥੱਲੇ ਗੁਰਦੁਆਰਾ ਰਾਮਸਰ ਕੋਈ ਬਹੁਤ ਦੂਰ ਨਹੀਂ ਹੈ ਅਕਾਲ ਤਖਤ ਸਾਹਿਬ ਤੋਂ, ਬਹੁਤ ਨੇੜੇ ਹੈਗਾ। ਤੇ ਉਹ ਜਿਹੜੇ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਅਵਤਾਰ ਸਿੰਘ ਮੱਕੜ, ਜਿਹੜੇ ਹੁਣ ਇਸ ਵੇਲੇ ਦੁਨੀਆ ਦੇ ਵਿੱਚ ਨਹੀਂ ਰਹੇ, ਉਹ ਕੀ ਕਰ ਰਹੇ ਸੀਗੇ? ਉਸ ਵੇਲੇ ਚੀਫ ਸਕੱਤਰ ਸੀਗੇ ਜਿਹੜੇ ਸ਼੍ਰੋਮਣੀ ਕਮੇਟੀ ਦੇ, ਉਹ ਕੀ ਕਰ ਰਹੇ ਸੀਗੇ? ਇਹ ਸਾਰੀਆਂ ਚੀਜ਼ਾਂ ਕੋਕ ਕਰਨ ਦੀ ਗੱਲ ਕਿ ਉਸ ਪ੍ਰਬੰਧ ਦੇ ਵਿੱਚ ਜਿੰਨੇ ਵੀ ਲੋਕ ਸ਼ਾਮਲ ਨੇ, ਕਿ ਉਹ ਗੁਰੂ ਦੇ ਸਿੱਖ ਨੇ, ਕਿ ਤਨਖਾਹ ਤੇ ਰੱਖੇ ਹੋਏ ਮੁਲਾਜ਼ਮ ਨੇ, ਕਿ ਉੱਥੇ ਵੀ ਜਿਹੜੀਆਂ ਨੇ ਰੋਟੀਆਂ ਸੇਕੀਆਂ ਜਾਂਦੀਆਂ ਨੇ, ਆਪਣੇ ਨੇੜ ਸਕਿਆਂ ਨੂੰ ਵੱਧ ਤੋਂ ਵੱਧ ਤਨਖਾਹਾਂ ਦਵਾ ਕੇ, ਮੋਟੀਆਂ ਤਨਖਾਹਾਂ ਦੇ ਕੇ ਰੱਖਿਆ ਜਾਂਦਾ ਹੈਗਾ, ਉਹਨਾਂ ਨੂੰ ਪਲੀਜ਼ ਕਰਨ ਵਾਸਤੇ ਗੁਰੂ ਦੇ ਗੋਲਕ ਵਿੱਚੋਂ। नजरिया की डिबेट जगतार सिंह सिद्धू ਨੂੰ ਦਰਸ਼ਕਾਂ ਦਾ ਸਵਾਗਤ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਗੁੰਮ ਹੋਣ ਦੇ ਨਾਜ਼ੁਕ ਤੇ ਭਾਵਿਕ ਮੁੱਦੇ ਤੇ ਚਰਚਾ ਕਰ ਰਹੇ ਹਾਂ। ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਜਿਹੜੀਆਂ ਸਿੱਖ ਸੰਸਥਾਵਾਂ ਤੇ ਭਾਈਚਾਰੇ ਵੱਲੋਂ ਇਸ ਮੁੱਦੇ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਆਪਾਂ ਵੀ ਇਸ ਨਾਜ਼ੁਕ ਮਾਮਲੇ ਤੇ ਪਹਿਲਾਂ ਡਿਬੇਟ ਕਰ ਚੁੱਕੇ ਹਾਂ, पर हुण श्रोमणी गुरुद्वारा प्रबंधक कमेटी ने फैसला लिया कि इस मामले की एक निरपक्ष जांच कराई जाए। साबका जज भी हो सकता है जां होर कोई इदां दी उगी जानी पहचानी हस्ती हो सकती है। इस मंतव्य के लिए श्रोमणी गुरुद्वारा प्रबंधक कमेटी ने अकाल तख्त साहिब दे जथेदार साहब नूं बेनती की है कि वो अगे जांच की जिम्मेवारी की नियुक्ति की जिम्मेवारी निभाउण। जिथे तक सवाल है दूजिया धिरां दा, जे आपां गल करिए अमृतसर के जिहड़े कांग्रेस के पार्लीमेंट मैंबर है, उन्हां दा कहना है, क्योंकि बहुत ही नाजुक ते भावुक मामला है, सारे सिख भाईचारे नाल जुड़िया हुआ है, इस दी जिहड़ी जांच है वो पंजाब ते हरियाणा हाई कोर्ट के मौजूदा जज जां इदां दी किसी हस्ती तो करवाई जाए। असल 'च मामला मई 2015 का है। इन्हां सारे मुद्दों ते मेरे नाल चर्चा च पैनल ते साडे जिहड़े खास मेहमान जुड़ चुके हैं। गुरचरण सिंह गरेवाल जी श्रोमणी गुरुद्वारा प्रबंधक कमेटी के मैंबर, अमरिंदर सिंह जी श्रोमणी गुरुद्वारा प्रबंधक कमेटी के साबका मैंबर, डॉक्टर मदनजीत सहोता सिख विद्वान। तिन्ने मेहमानों को आप पैनल से आने लई तुहाडे सारिआं वल्लों जी आखदे हैं, वेलकम करते हैं। गरेवाल साहब, इस मामले ते पहला सवाल मैं तुहाडे तो लैण लगे हैं। 267 गुरु ग्रंथ साहिब के ਸਰੂਪ ਦੀ ਜਿਹੜਾ गुम होने का लापता होने का ਜਿਹੜਾ मामला है, आखिर 4 साल क्यों निकल गए है इस दी जांच कराउण दे मुद्दे ते। तुसीं सारी इस स्थिति के नाल जुड़े हुए हो, की कहोगे गरेवाल जी? ਸਿੱਧੂ ਸਾਹਿਬ, ਤੁਹਾਡਾ ਇੱਕ ਤਾਂ ਧੰਨਵਾਦ ਹੈ ਕਿ ਤੁਸੀਂ, ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ, ਕਿ ਤੁਸੀਂ ਜੋੜ ਕੇ ਇੱਕ ਵਿਚਾਰ ਚਰਚਾ ਕਰ ਰਹੇ ਹੋ। ਜਿੱਥੇ ਅਮਰਿੰਦਰ ਜੀ ਨੇ, ਬਹੁਤ ਸਤਿਕਾਰਯੋਗ ਡਾਕਟਰ ਸਹੋਤਾ ਜੀ ਬੈਠੇ ਨੇ, ਤੁਸੀਂ ਬੜੇ ਪੁਰਾਣੇ ਇਹਨਾਂ ਸਾਰੇ ਮਾਮਲਿਆਂ ਬਾਰੇ ਡੂੰਘਾਈ, ਇਹ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਮਰਪਿਤ ਭਾਵਨਾ ਨਾਲ ਹੋਊਗੀ, ਨਾ ਕਿ ਇਹਦੇ 'ਚ ਕੋਈ ਰਾਜਨੀਤਿਕ ਦਿਖਾਈ ਨਹੀਂ ਦੇ ਰਹੀ ਰਾਜਨੀਤੀ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ, ਜਿਹਦਾ ਆਪਣਾ ਫਰਜ਼ ਆ, ਤੇ ਸਿੱਖ ਹਰ ਸਵਾਲ ਕਰ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਜਿਹੜਾ ਕੁਝ ਵਾਪਰ ਰਿਹਾ ਇਹਦੇ ਬਾਰੇ ਸਵਾਲ ਕੀਤਾ ਜਾਵੇ। ਕੋਈ ਇਤਰਾਜ਼ ਵਾਲੀ ਗੱਲ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਹੁੰਦੀ ਹੈ। ਇੱਥੇ ਜੋ ਕੁਛ ਇਹ ਵਾਪਰਿਆ ਵਾ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 265 ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੰਬੰਧੀ ਵਿਚਾਰ ਆਈ ਹੈ,
ਉਹਦੇ ਵਿੱਚ ਸਿੱਖਾਂ ਦਾ ਜਿਹੜਾ ਮਨ ਦੇ ਅੰਦਰ ਇਸ ਲਈ ਖਦਸ਼ਾ ਪ੍ਰਗਟ ਹੋਣਾ ਸੁਭਾਵਿਕ ਆ ਤੇ ਬੜਾ ਚੰਗਾ ਹੈ ਤੇ ਹੋਣਾ ਵੀ ਚਾਹੀਦਾ। ਤੇ ਤੁਸੀਂ ਆਪ ਹੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਸ ਗੱਲ ਦੀ ਗੰਭੀਰਤਾ ਨੂੰ ਲੈਂਦਿਆਂ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਅਮਰਿੰਦਰ ਜੀ ਬੈਠੇ ਆ, ਇਹ ਜਾਣਦੇ ਆ ਕਿ ਅੰਤਰ ਕਮੇਟੀ ਆਪਣੇ ਆਪ ਦੇ ਵਿੱਚ ਕਿਸ ਤਰ੍ਹਾਂ ਦੀ ਫੈਸਲਾਕੁਨ ਹੁੰਦੀ ਆ, ਤੁਸੀਂ ਵੀ ਸਾਰੇ ਸਮਝਦੇ ਹੋ। ਉਹਨਾਂ ਨੇ ਇਸ ਦੀ ਜਿਹੜੀ ਗੰਭੀਰਤਾ ਵਾ ਉਹਨੂੰ ਕਿੰਨੇ ਡੂੰਘਾਈ ਨਾਲ ਲਿਆ ਹੋਏਗਾ ਕਿ ਅਸੀਂ ਬਿਲਕੁਲ ਇਸ ਗੱਲ ਤੇ ਸਮਝੌਤਾ ਨਹੀਂ ਕਰਾਂਗੇ, ਇਸ ਗੱਲ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਕਿਸੇ ਤਰ੍ਹਾਂ ਦੀ ਕੱਲ ਨੂੰ ਕੋਈ ਰਾਜਨੀਤੀ ਨਾ ਹੋਵੇ, ਕੋਈ ਇਹ ਗੱਲ ਨਾ ਕਵੇ ਕਿ ਇਸ ਜਾਂਚ ਦੇ ਵਿੱਚ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਾਂ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਨੇ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਲੈ ਲਿਆ। ਬਹੁਤ ਚੰਗਾ ਇਤਿਹਾਸਕ ਫੈਸਲਾ ਵਾ। ਮੈਨੂੰ ਅੱਜ ਹੀ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਆਪਣੇ ਹਿਊਮਨ ਰਾਈਟਸ ਦੇ ਜਿਹੜੇ ਸਾਡੇ ਭਰਾ ਨੇ ਜਿਨ੍ਹਾਂ ਨੇ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਚੰਗੀ ਗੱਲ ਆ। ਮੈਂ ਸ਼ਾਇਦ ਪੰਜਾਬੀ ਟਰੂਨ ਦੇ ਫਰੰਟ ਪੇਜ ਤੇ ਸ਼ਾਇਦ ਪੜ੍ਹ ਰਿਹਾ ਸੀ ਉਹ ਇਹ ਜਿਹੜੀ ਵਿਚਾਰ ਹੈ ਇਹ ਸਾਡੇ ਸਾਰਿਆਂ ਲਈ ਇੱਕ ਭਾਵਨਾਤਮਕ ਹੈ। ਸੋ ਭਾਵੇਂ ਕਿ ਕੁਝ ਲੋਕ ਇਹ 'ਚ ਰਾਜਨੀਤੀ ਵੀ ਕਰਦੇ ਹੋਣਗੇ, ਪਰ ਮੈਂ ਇਸ ਮੁੱਦੇ ਤੇ ਤੁਹਾਡੇ ਇਸ ਮੰਚ ਤੇ ਉਹ ਭਾਵੇਂ ਰਾਜਨੀਤੀ ਵੀ ਕਰਨ ਪਰ ਉਹਨਾਂ ਦੀ ਕਹੀ ਹੋਈ ਗੱਲ ਨੂੰ ਅਸੀਂ ਆਪਣੀ ਝੋਲੀ ਪਾਵਾਂਗੇ ਕਿ ਸਾਡਾ ਫਰਜ਼ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਪ੍ਰਬੰਧਾਂ ਦੇ ਲਈ ਜ਼ਿੰਮੇਵਾਰ ਹੈ। ਸੋ ਅਸੀਂ ਪੂਰਨ ਤੌਰ ਤੇ ਸਮਰਪਿਤ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਪ੍ਰਚਾਰ ਤੇ ਸੇਵਾ ਲਈ। ਜੀ ਗਰੇਵਾਲ ਸਾਹਿਬ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਸੰਜੀਦਗੀ ਨਾਲ ਫੈਸਲਾ ਲੈਣ ਦੀ ਤੁਸੀਂ ਗੱਲ ਕੀਤੀ ਹੈ, ਤੁਸੀਂ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਇੱਕ ਸਵਾਲ ਜਿਹੜਾ ਹੈਗਾ ਉਹ ਕੋਈ ਰਾਜਨੀਤੀ ਚੋਂ ਨਹੀਂ ਉਪਜ ਰਿਹਾ, ਚਿੰਤਾ ਦੇ ਵਿੱਚੋਂ ਵੀ ਉਪਜਦਾ ਹੈ ਕਿ 5 ਸਾਲ ਨਿਕਲ ਕੇ, ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ 2015 ਦੀ ਘਟਨਾ ਹੈ, ਮਈ 2015 ਦੀ, ਤੇ 5 ਸਾਲ ਬਾਅਦ ਹੁਣ ਆਪਾਂ ਜਾਂਚ ਦੇ ਇਸ ਮੁੱਦੇ ਨੂੰ ਲੈ ਰਹੇ ਹਾਂ। ਚਿੰਤਾ ਇਸ ਗੱਲ ਦੀ ਹੈ ਕਿ ਆਖਰ ਜਿਹੜਾ ਪਹਿਲਾ ਸਾਲ ਲੰਘਿਆ, ਦੂਜਾ, ਤੀਜਾ, ਚੌਥਾ, 5ਵੇਂ ਸਾਲ 'ਚ ਜਾ ਕੇ ਮਾਮਲਾ ਸਾਹਮਣੇ ਆਇਆ, ਉਦੋਂ ਵੀ ਇੱਕ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਹਾਊਸ ਦੇ ਨਾਲ ਜਿੱਥੋਂ ਪ੍ਰਕਾਸ਼ਨਾ ਹੁੰਦੀ ਹੈ ਜੁੜਿਆ ਹੋਇਆ ਕੰਪਲਾਈ ਸੇਵਾ ਮੁਕਤ ਹੋਇਆ, ਉਹਦੀਆਂ ਕੁਝ ਅਦਾਇਗੀਆਂ ਨੂੰ ਲੈ ਕੇ ਮਾਮਲਾ ਉੱਭਰ ਕੇ ਸਾਹਮਣੇ ਆਇਆ ਤੇ ਹੋਰ ਸਵਾਲ ਵੀ ਤੁਸੀਂ ਜਾਣਦੇ ਹੋ ਸਾਹਮਣੇ ਆਏ। 5 ਸਾਲ ਲੱਗੇ ਹੈ। ਇਹ ਮਾਮਲਾ ਚਿੰਤਾ ਦਾ ਹੈ ਕਿ ਇਹੋ ਜਿਹੇ ਭਾਵੁਕ ਮੁੱਦੇ ਤੇ 5 ਸਾਲ ਨਹੀਂ ਲੰਘਣੇ ਚਾਹੀਦੇ ਸੀ। ਸਿੱਧੂ ਸਾਹਿਬ, ਮੈਂ ਤੁਹਾਡੇ ਤੋਂ 2 ਮਿੰਟ ਮੈਂ ਲੈਣਾ ਚਾਹੁੰਦਾ। ਹਰ ਗੱਲ ਦਾ ਜਿੰਨੀ ਕੁ ਮੇਰੀ ਬੁੱਧੀ ਆ ਮੈਂ ਕੋਸ਼ਿਸ਼ ਕਰਾਂਗਾ ਕਿ ਉਹਦਾ ਮੈਂ ਤੁਹਾਡੇ ਨਾਲ ਵਿਚਾਰ ਕਰ ਸਕਾਂ। ਇੱਕ ਮੈਂ ਕਿਉਂਕਿ ਤੁਸੀਂ ਇਕੱਲੇ ਆਪਾਂ ਨਹੀਂ ਬੈਠੇ, ਦਰਸ਼ਕ ਦੇਖ ਰਹੇ ਨੇ ਤੁਹਾਡੇ ਇਸ ਪ੍ਰੋਗਰਾਮ ਨੂੰ, ਬਹੁਤ ਵੱਡੀ ਪੱਧਰ ਤੇ ਲੋਕ ਦੇਖਦੇ ਆ। ਇਹ ਜਿਹੜੀ ਜਿੱਥੋਂ ਦੀ ਘਟਨਾ ਉਹਦੇ ਬਾਰੇ ਆਪਾਂ ਥੋੜਾ ਜਿਹਾ ਜਾਣਕਾਰੀ ਦੇ ਦਈਏ ਜਿੰਨੀ ਕੁ ਮੈਨੂੰ ਹੈ ਕਿ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਹੈ, ਉੱਥੇ 5 ਮੰਜ਼ਲਾ ਇੱਕ ਇਮਾਰਤ ਆ, ਉਹਦੇ ਨਾਲ ਗੋਲਡਨ ਪ੍ਰੈਸ ਆ। ਕੋਈ ਵੀ ਛਪਾਈ ਹੈ ਜਿਹੜੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਟਕਾ ਸਾਹਿਬਾਨ ਦੀ ਤੇ ਧਾਰਮਿਕ ਲਿਟਰੇਚਰ ਦੀ ਛਪਾਈ ਜਿਹੜੀ ਆ ਗੋਲਡਨ ਪ੍ਰੈਸ ਕਰਦੀ ਆ। ਉਸ ਤੋਂ ਬਾਅਦ ਇਹ ਜਿਹੜੀ ਛਪਾਈ ਹੋ ਕੇ ਇਹ ਆਪਣੀ ਜਿਹੜੀ ਰਾਮਸਰ ਸਾਹਿਬ ਦੀ ਪਬਲੀਕੇਸ਼ਨ ਵਿਭਾਗ ਆ ਉਹਦੇ ਵਿੱਚ ਆ ਜਾਂਦੀ ਆ। ਉਹਦੇ ਵਿੱਚ ਚਲੋ ਮੈਂ ਇਹ ਜਾਣਕਾਰੀ ਵੀ ਦੇ ਦਿਆਂ ਕਿ ਉੱਥੇ ਬੜਾ ਇਤਿਹਾਸ ਵਰਤਿਆ ਜਾਂਦਾ, ਬਹੁਤ ਸਤਿਕਾਰ ਦੇ ਤੌਰ ਤੇ। ਉਹ 5 ਬਿਲਡਿੰਗਾਂ ਦੇ ਵਿੱਚ 5 ਮੰਜ਼ਲਾਂ ਦੇ ਉੱਤੇ ਕਿਤੇ ਵੀ ਬਾਥਰੂਮ ਵਗੈਰਾ ਨਹੀਂ। ਜਿਹਨੇ ਵੀ ਜਾਣਾ ਉਹ ਜੋੜੇ ਲਾ ਕੇ ਉਸ ਬਿਲਡਿੰਗ 'ਚ ਇੰਟਰ ਕਰਦਾ, ਜਿੰਨੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਤੇ ਫਰਜ਼ ਵੀ ਆ। ਤੇ ਉੱਥੇ ਜਦੋਂ ਉਹ ਛਪਦੇ ਆ ਗੁਰੂ ਗ੍ਰੰਥ ਸਾਹਿਬ ਪ੍ਰਿੰਟ ਹੁੰਦੇ ਆ ਪੰਨੇ ਜਿਹੜੇ ਆ, ਉਹ ਫਿਰ ਉੱਥੇ ਆਉਂਦੇ ਆ। 2 ਮੰਜ਼ਲਾ ਦੂਜੀ ਮੰਜ਼ਲ ਹੈ, ਉਹ ਦੂਜੀ ਮੰਜ਼ਲ ਤੇ ਠੇਕੇਦਾਰਾਂ ਨਾਲ ਠੇਕਾ ਕੀਤਾ ਹੁੰਦਾ, ਜਿਨ੍ਹਾਂ ਕਰਕੇ ਉਹ ਜਿਹੜੇ ਆ ਬਾਅਦ 'ਚ ਉਹਨੂੰ ਕੰਪਾਈਲ ਕਰਦੇ ਆ। ਪਰ ਉਹ ਜਿਲਤ ਬੰਨਣ ਤੋਂ ਬਗੈਰ ਉਹਨੂੰ ਪਹਿਲਾਂ ਜਿਹੜੇ ਪਾਠੀ ਸਿੰਘ ਆ ਉਹ ਉਹਨਾਂ ਦੀ ਸੁਧਾਈ ਕਰਦੇ ਆ, ਉਸ ਤੋਂ ਬਾਅਦ ਉਹਨਾਂ ਦੀ ਜਿਲਤ ਮਸਾਜੀ ਹੁੰਦੀ ਆ। ਉਸ ਤੋਂ ਬਾਅਦ ਇਹ 4ਥੀ ਮੰਜ਼ਿਲ ਤੇ ਜਾਂਦੇ ਰਹੇ ਜਿੱਥੇ ਗਿਣਤੀ ਹੁੰਦੀ ਆ। ਗਿਣਤੀ ਤੋਂ ਬਾਅਦ ਉੱਥੇ ਸੁਖਾਸਨ ਵਾਸਤੇ ਬਹੁਤ ਵੱਡੀ ਸਤਿਕਾਰ ਨਾਲ ਜਗ੍ਹਾ ਬਣਾਈ ਗਈ ਆ। ਉਸ ਤੋਂ ਬਾਅਦ ਸਾਡਾ ਜਿਹੜਾ ਥੱਲੇ ਜਿਵੇਂ ਕਹਿੰਦੇ ਵੀ ਉਹਨੂੰ ਸ਼ੋਰੂਮ ਵੀ ਕਹਿ ਦਿੰਦੇ ਆ ਜਾਂ ਕੀ ਕਹਿ ਲਈ ਵੀ, ਉੱਥੇ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਸ਼ੋਰੂਮ ਦੇ ਵਿੱਚ ਆ ਜਾਂਦੇ ਆ ਜਿੱਥੋਂ ਅੱਗੇ ਗੁਰੂ ਗ੍ਰੰਥ ਸਾਹਿਬ ਭੇਜੇ ਜਿਹੜਾ ਨਾਂ ਵਿਸਤਾਰ ਦੀ ਜਾਣਕਾਰੀ ਬਿਲਕੁਲ ਸਹੀ ਹੈ ਤੁਹਾਡੀ ਜੀ। ਜਿਹੜਾ ਕਮਲਜੀਤ ਸਿੰਘ ਦਾ ਨਾਮ ਲਿਆ ਜਾ ਰਿਹਾ, ਜਿਹੜਾ ਰਿਟਾਇਰ ਹੋਇਆ ਪਿਛਲੇ ਦਿਨੀ, ਕੀ ਨਾ ਸ਼ਾਇਦ 31 ਮਈ ਨੂੰ ਰਿਟਾਇਰਮੈਂਟ ਹੋਇਆ। ਉਹ ਜਿਹੜਾ ਉੱਥੇ ਸੀ CGL, ਇਹਦਾ ਜਿਹੜਾ ਫੁੱਲ ਫਾਰਮ ਹੈ ਕਲਰਕ ਗੁਰਮਤਿ ਲਿਟਰੇਚਰ। ਇਹ ਕਲਰਕ ਗੁਰਮਤਿ ਲਿਟਰੇਚਰ ਦਾ ਜਿਹੜਾ ਕੰਮ ਹੈ
ਇਹਨਾਂ ਦਾ ਸਭ ਤੋਂ ਵੱਡਾ ਕੰਮ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨੇ ਛਪ ਕੇ ਆ ਗਏ ਉਸ ਕਿ ਨਾ 5ਵੀਂ ਮੰਜ਼ਿਲ ਤੇ ਜਾਂ ਉਸ ਤੋਂ ਬਾਅਦ ਸ਼ੋਰੂਮ ਦੇ ਵਿੱਚ, ਉਹਨਾਂ ਸਾਰਿਆਂ ਦਾ ਲੇਜ਼ਰ ਦੇ ਵਿੱਚ ਰਿਕਾਰਡ ਰੱਖਣਾ ਤੇ ਇੰਦਰਾਜ ਕਰਨਾ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਹਿਤ ਭੇਜੇ ਜਾਂਦੇ ਆ, ਉਹ ਚਲੋ ਮੈਂ ਬਾਅਦ ਚ ਗੱਲ ਕਰਾਂਗਾ ਕਿ ਅਸੀਂ ਬਹੁਤ ਸਾਰੇ ਅੱਜ ਕੱਲ ਸੈਂਟਰ ਬਣਾਏ ਕਿਉਂਕਿ ਗੱਲ ਜੀ ਆਪਾਂ ਫਿਰ ਹਾਂ ਦੂਜੇ ਮਹਿਮਾਨਾਂ ਤੋਂ ਵੀ ਆਪਾਂ ਜਵਾਬ ਲੈਣੇ ਆ ਸੰਖੇਪ ਦੇ ਵਿੱਚ। ਮੇਰੀ ਜਾਣਕਾਰੀ ਸੁਣ ਲਓ ਕਿਉਂਕਿ ਦਰਸ਼ਕਾਂ ਨੂੰ ਇਸ ਗੱਲ ਬਾਰੇ ਕਲੀਅਰ ਹੋਣੀ ਚਾਹੀਦੀ ਆ। ਇਸ ਸੰਬੰਧੀ 26 ਜਿਹੜਾ 2016 ਨੂੰ 19 ਮਈ ਨੂੰ ਜੋ ਉੱਥੇ ਅਗਨੀਕਾਂਡ ਵਾਪਰਿਆ ਸ਼ਾਰਟ ਸਰਕਟ ਦੇ ਨਾਲ, ਬੜੀ ਮੰਦਭਾਗੀ ਘਟਨਾ ਸੀ, ਉਦੋਂ ਜਿਹੜੀ ਪੁਲਿਸ ਦੇ ਵਿੱਚ ਵੀ ਰਿਪੋਰਟ ਆਈ ਆ ਤੇ ਅਖਬਾਰਾਂ ਵਿੱਚ ਵੀ ਖਬਰ ਆਈ ਆ, ਉਹਦੇ 'ਚ ਇਹ ਆ ਕਿ 5 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਉਹ ਭੇਟ ਹੋ ਗਏ। 9 ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਕਿਉਂਕਿ ਉਦੋਂ ਪਾਣੀ ਦੀ ਨਾਲ 9 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹ ਪ੍ਰਕਾਸ਼ ਕਰਨ ਯੋਗ ਨਹੀਂ ਰਹੇ। ਇਹ ਜਿਹੜੇ ਸਰੂਪ ਆ ਬੜੇ ਸਤਿਕਾਰ ਨਾਲ ਇਹਨਾਂ ਨੂੰ ਗੋਇੰਦਵਾਲ ਸਾਹਿਬ ਭੇਜਿਆ ਗਿਆ। ਇਹ ਉਸ ਸਮੇਂ ਇਹ ਘਟਨਾ ਵਾਪਰਦੀ ਆ। ਹੁਣ ਜਦੋਂ ਇਹ ਰਿਟਾਇਰਮੈਂਟ ਹੋ ਰਹੀ ਆ, ਜਦੋਂ ਇਹਨੇ ਇਸ ਗੱਲ ਦਾ ਦੇਣਾ ਲੈਣਾ ਜਿਹੜਾ ਹਿਸਾਬ ਦੇਣਾ ਸੀ, ਉਦੋਂ ਜਿਹੜੀ ਆ ਇਹ ਹਿਸਾਬ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ। ਪਿਛਲੇ ਦਿਨ ਜਿਹੜੀ ਸਾਹਮਣੇ ਨਹੀਂ ਆਈ ਉਹ ਮਾੜੀ ਗੱਲ ਆ। ਮੈਂ ਤੁਹਾਡੇ ਚੈਨਲ ਤੇ ਬੈਠ ਕੇ ਇਹ ਗੱਲ ਕਹਿਣਾ ਕਿ ਜਿਹੜੇ ਲੋਕ ਇਸ ਗੱਲ ਦੇ ਵਿੱਚ ਦੋਸ਼ੀ ਪਾਏ ਜਾਣਗੇ, ਉਹ ਭਾਵੇਂ ਕੋਈ ਵੀ ਕਿਉਂ ਨਾ ਹੋਵੇ, ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਸਮੁੱਚੇ ਸੰਗਤੀ ਰੂਪ ਵਿੱਚ ਅਸੀਂ ਨਾਲ ਖੜ ਕੇ ਉਹਨਾਂ ਦੇ ਖਿਲਾਫ ਕਰਾਂਗੇ। ਪ੍ਰਧਾਨ ਸਾਹਿਬ ਨੇ ਇਸ ਗੱਲ ਦੇ ਮੱਦੇਨਜ਼ਰ ਸਾਰਾ ਸਟਾਫ ਤੋਂ ਬਦਲਤਾ ਤਾਂ ਕਿ ਕਿਸੇ ਤਰ੍ਹਾਂ ਦੀ ਰਿਕਾਰਡ ਦੇ ਨਾਲ ਛੇੜਛਾੜ ਨਾ ਹੋਵੇ। ਜੀ ਜੀ ਬਿਲਕੁਲ, ਜਿਹੜਾ ਅਹਿਮ ਗੱਲ ਕਰ ਰਹੇ ਹੋ। ਮੈਂ ਗਰੇਵਾਲ ਸਾਹਿਬ ਵਾਪਸ ਆਵਾਂਗਾ ਤੁਹਾਡੇ ਤੇ ਇਸੇ ਮੁੱਦੇ ਤੇ ਲੈ ਕੇ। ਅਮਰਿੰਦਰ ਜੀ, ਜਿਸ ਮਾਮਲੇ ਤੇ ਗਰੇਵਾਲ ਸਾਹਿਬ ਚਰਚਾ ਕਰ ਰਹੇ ਸੀ, ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਜਿਹੜਾ ਗਾਇਬ ਹੋਣ ਦਾ ਮੁੱਦਾ ਹੈਗਾ, ਪਰ ਗਰੇਵਾਲ ਸਾਹਿਬ ਨੇ ਕਿਹਾ ਕਿ ਇਸ ਮਾਮਲੇ ਤੇ ਜਿਹੜੀ ਜਾਂਚ ਦਾ ਫੈਸਲਾ ਲਿਆ ਗਿਆ, ਕੋਈ ਵੀ ਦੋਸ਼ੀ ਹੋਵੇ ਸੰਗਤੀ ਰੂਪ 'ਚ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਏਗਾ, ਸਜ਼ਾਵਾਂ ਦਿੱਤੀਆਂ ਜਾਣੀਆਂ। ਜੋ ਸਾਰੀ ਪ੍ਰਕਿਰਿਆ ਅਪਣਾਈ ਗਈ ਹੈ, ਅਮਰਿੰਦਰ ਜੀ ਤੁਸੀਂ ਸਹਿਮਤ ਹੋ ਇਹਦੇ ਨਾਲ? ਦੇਖੋ ਸਿੱਧੂ ਸਾਹਿਬ, ਮੈਂ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਇਸ ਮੁੱਦੇ ਦੇ ਉੱਪਰ ਸਾਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ। ਇਹਦੇ ਵਿੱਚ ਫ੍ਰੀ ਐਂਡ ਫੇਅਰ ਜੋ ਵੀ ਹੈ ਸਾਰੀ ਸੰਗਤ ਦੇ ਸਾਹਮਣੇ ਤੱਥ ਜਿਹੜੇ ਸਾਹਮਣੇ ਆਣੇ ਚਾਹੀਦੇ ਹੈ। ਤੇ ਦੂਸਰੀ ਗੱਲ ਜਿਹੜੀ ਗਰੇਵਾਲ ਸਾਹਿਬ ਨੇ ਕੀਤੀ ਹੈ ਕਿ ਬਈ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ ਤੇ ਸਾਰੇ ਬੰਦਿਆਂ ਨੂੰ ਅਸੀਂ ਜੋ ਵੀ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਕਾਰਵਾਈ ਕਰਾਂਗੇ। ਮੇਰਾ ਇਹ ਮੰਨਣਾ ਹੈ ਕਿ ਕਾਰਵਾਈ ਇਹ ਨਾ ਹੀ ਕਰਨ, ਇਹ ਉਹਨਾਂ ਨੂੰ ਜਗਜਾਰ ਹੀ ਕਰ ਦੇਣ, ਪਰਦਾ ਚੱਕ ਦੇਣ, ਇਹ ਸਫੀਸ਼ੀਐਂਟ ਹੋਏਗਾ। ਕਿਉਂਕਿ ਕਾਰਵਾਈ ਕਰਨ ਦੀ ਸਮਰੱਥਾ ਮੇਰੇ ਹਿਸਾਬ ਨਾਲ ਇਹਨਾਂ ਦੇ ਵਿੱਚ ਨਹੀਂ ਹੋਏਗੀ। ਤੇ ਦੂਸਰੀ ਗੱਲ ਮੈਂ ਇਹ ਕਰਨੀ ਚਾਹਾਂਗਾ ਕਿ ਬਈ ਉਸ ਸਮੇਂ ਜਿਵੇਂ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਦੇ ਜਿਹੜੇ ਜਥੇਦਾਰ ਸੀਗੇ ਅਕਾਲ ਤਖਤ ਸਾਹਿਬ ਦੇ ਗਿਆਨੀ ਗੁਰਬਚਨ ਸਿੰਘ, ਉਹ ਕੀ ਕਰ ਰਹੇ ਸੀਗੇ? ਬਿਲਕੁਲ ਉਹਨਾਂ ਦੇ ਨੱਕ ਦੇ ਥੱਲੇ ਗੁਰਦੁਆਰਾ ਰਾਮਸਰ ਕੋਈ ਬਹੁਤ ਦੂਰ ਨਹੀਂ ਹੈ ਅਕਾਲ ਤਖਤ ਸਾਹਿਬ ਤੋਂ, ਬਹੁਤ ਨੇੜੇ ਹੈਗਾ। ਤੇ ਉਹ ਜਿਹੜੇ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਅਵਤਾਰ ਸਿੰਘ ਮੱਕੜ, ਜਿਹੜੇ ਹੁਣ ਇਸ ਵੇਲੇ ਦੁਨੀਆ ਦੇ ਵਿੱਚ ਨਹੀਂ ਰਹੇ, ਉਹ ਕੀ ਕਰ ਰਹੇ ਸੀਗੇ? ਉਸ ਵੇਲੇ ਚੀਫ ਸਕੱਤਰ ਸੀਗੇ ਜਿਹੜੇ ਸ਼੍ਰੋਮਣੀ ਕਮੇਟੀ ਦੇ, ਉਹ ਕੀ ਕਰ ਰਹੇ ਸੀਗੇ? ਇਹ ਸਾਰੀਆਂ ਚੀਜ਼ਾਂ ਕੋਖ ਕਰਨ ਦੀ ਗੱਲ ਹੈ। ਉਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦਾ ਇੱਕ ਪੂਰਾ ਗੁਰਦੁਆਰਾ ਐਕਟ ਹੈ, ਗੁਰਦੁਆਰਾ ਐਕਟ ਦੇ ਵਿੱਚ ਪੂਰਾ ਸਾਰਾ ਕੁਝ, ਮਤਲਬ ਉਹਦੇ ਡਿਟੇਲਸ ਹੈਗੀਆਂ ਕਿ ਬਈ ਐਸੀ ਜੇ ਘਟਨਾ ਕੋਈ ਵਾਪਰ ਜਾਂਦੀ ਹੈ ਮੰਦਭਾਗੀ, ਤੇ ਧਰਮ ਪ੍ਰਚਾਰ ਕਮੇਟੀ ਦਾ ਕੀ ਰੋਲ ਹੋਏਗਾ, SGPC ਦਾ ਜਿਹੜਾ ਅਮਲਾ ਫੈਲਾ ਸਕੱਤਰ ਹੈ, ਮੀਤ ਸਕੱਤਰ ਹੈ, ਹੋਰ ਜਿਹੜੇ ਉਹਨਾਂ ਦੇ ਗੁਰਦੁਆਰਾ ਇੰਸਪੈਕਟਰ ਹੈਗੇ, ਉਹਨਾਂ ਨੇ ਪੜਤਾਲ ਕੀਤੀ ਨਹੀਂ ਕੀਤੀ? ਕਿਉਂਕਿ ਜੇ ਕਿਸੇ ਵਿੱਚ ਵੀ ਕੋਈ ਐਸੀ ਘਟਨਾ ਵਾਪਰਦੀ ਹੈ ਤੇ ਬਕਾਇਦਾ ਇੰਸਪੈਕਟਰਾਂ ਦੀਆਂ ਡਿਊਟੀਆਂ ਲੱਗਦੀਆਂ ਕਿ ਜਾ ਕੇ ਪੜਤਾਲ ਕਰੋ ਤੇ ਉਸ ਦੀ ਪ੍ਰੋਪਰ ਫਾਈਲ ਬਣਦੀ ਹੈ। ਉਸ ਤੋਂ ਬਾਅਦ ਮਹਾਰਾਜ ਦਾ ਜਿਹੜਾ ਸਰੂਪ ਹੈ ਉਸ ਨੂੰ ਗੋਇੰਦਵਾਲ ਸਾਹਿਬ ਲਿਜਾ ਕੇ ਜਿਹੜਾ ਹੈਗਾ ਉਹਦਾ ਸੰਸਕਾਰ ਕੀਤਾ ਜਾਂਦਾ ਹੈ। ਪਰ ਇੱਥੇ ਜਿਹੜਾ ਹੈਗਾ ਸਾਰਾ ਕੁਝ ਇਹਨਾਂ ਨੇ ਹਸ਼ਪ ਕੀਤਾ, ਕਿਹਦੇ ਇਸ਼ਾਰੇ ਤੇ ਕੀਤਾ? ਤੇ ਇੱਕ ਵੀਡੀਓ ਸੁਣੀ ਹੈ ਉਸ ਵੇਲੇ ਦੇ ਜਿਹੜੇ ਜਨਰਲ ਸਕੱਤਰ ਸੀਗੇ ਸੁਖਦੇਵ ਸਿੰਘ ਭੌਰ, ਕਿ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਅਸੀਂ ਪਹੁੰਚੇ ਉਦੋਂ ਤੱਕ ਉੱਥੇ ਸਾਰਾ ਕੁਝ ਉਹਨਾਂ ਨੇ ਸਾਂਭਤਾ ਸੀਗਾ, ਕਿ ਜਦੋਂ ਤੱਕ ਪ੍ਰਧਾਨ ਸਾਹਿਬ ਪਹੁੰਚੇ ਉਦੋਂ ਤੱਕ ਸਾਰਾ ਕੁਝ ਸਾਂਭਤਾ ਸੀਗਾ। ਤੇ ਉਹ ਕਿਸ ਬੰਦੇ ਨੇ ਕਿਹਾ ਕਿ ਸਾਰਾ ਕੁਝ ਸਾਂਭ ਦੋ? ਉਹ ਕਿਹੜੀ ਅਥਾਰਟੀ ਸੀਗੀ ਜਿਸ ਨੇ ਕਿਹਾ ਕਿ ਜਿਹੜੀ ਇਹ ਅਗਨ ਭੇਂਟ ਹੋਈ ਹੈ ਤੇ ਜਿਹੜੇ ਮਹਾਰਾਜ ਦੇ ਸਰੂਪ ਜਿਨ੍ਹਾਂ ਦੀ ਬੇਅਦਬੀ ਹੋਈ ਹੈ ਜਾਂ ਜਿਹੜੇ ਡੈਮੇਜ ਹੋਏ ਹੈ ਉਹਨਾਂ ਨੂੰ ਸਾਂਭ ਸੰਭਾਲ ਕਰ ਦਿਓ? ਇਹ ਕਿਹੜੀ ਅਥਾਰਟੀ ਸੀ ਜਿਹੜੀ ਵਰਕ ਕਰ ਰਹੀ ਸੀ? ਤੇ ਪ੍ਰਧਾਨ ਤੋਂ ਵੀ ਉੱਪਰ ਹੋ ਕੇ ਇਹ ਚੀਜ਼ਾਂ ਘੋਖ ਕਰਨ ਦੀ ਲੋੜ ਹੈ ਕਿ ਆਫਟਰ ਆਲ ਦੇਖੋ SGPC ਦੇ ਕੋਲ ਹੀ ਪਬਲਿਕੇਸ਼ਨ ਦੇ ਰਾਈਟ ਹੈ। ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਾਵਨ ਬੀੜ ਹੈ ਉਹਦੀ ਕੋਈ ਪਬਲਿਕੇਸ਼ਨ ਨਹੀਂ ਕਰੇਗਾ। ਉਹਦੀਆਂ ਪਲੇਟਾਂ SGPC ਵਾਲੀਆਂ ਮਾਨਤਾ ਹੈਗੀਆਂ, ਸਾਰੀ ਪਬਲਿਕੇਸ਼ਨ ਜਿਹੜੀ ਹੈ SGPC ਕਰਦੀ ਹੈ। ਜੇ ਕਿਸੇ ਗੁਰਦੁਆਰਾ ਸਾਹਿਬ ਨੇ ਵੀ ਸਰੂਪ ਲੈਣਾ ਹੈ, ਕੋਈ ਉਹਨਾਂ ਦੇ ਸਰੂਪ ਬਿਰਧ ਹੋ ਗਏ ਆ ਤੇ ਉਹਨਾਂ ਨੇ ਰਿਪਲੇਸ ਕਰਨੇ ਆ, ਉਹਦੀ ਵੀ ਵੱਡੀ ਪ੍ਰਕਿਰਿਆ ਹੈ। ਕਈ ਮੈਂਬਰਾਂ ਦੇ ਦਸਤਖਤ ਕਰਾਏ ਜਾਂਦੇ ਆ, ਕਈ ਫਾਰਮ ਭਰੇ ਜਾਂਦੇ ਆ ਤੇ ਸਰੂਪ ਉੱਥੇ ਤਾਂ ਜਾਂਦਾ ਹੈ।
ਤੇ ਇੱਥੇ 267 ਸਰੂਪ ਮਿਸਿੰਗ ਹੋ ਗਏ ਤੇ ਉਹਦੇ ਵਿੱਚ ਮਤਲਬ ਕੋਈ ਉਹਦੀ ਲਿਖਾ ਪੜੀ ਨਹੀਂ ਹੈ, ਕੋਈ ਫਾਈਲ ਨਹੀਂ ਹੈ, ਹੁਣ ਤੱਕ ਕੋਈ ਪੜਤਾਲ ਹੋਈ ਕਿਉਂ ਨਹੀਂ ਹੋਈ? ਪੜਤਾਲ ਇੰਨੇ ਸਾਲ ਹੋ ਗਏ ਤੇ ਇਸ ਦੀ ਪੜਤਾਲ ਕਿਉਂ ਨਹੀਂ ਹੋਈ? ਇਹ ਵੀ ਇੱਕ ਬਹੁਤ ਵੱਡੀ ਮਤਲਬ ਕੁਐਸਚਨ ਮਾਰਕ ਹੈ ਐਸਜੀਪੀਸੀ ਦੇ ਉੱਪਰ ਕਿ ਆਫਟਰ ਆਲ ਕਿਹੜੀ ਤਾਕਤ ਸੀ ਜਿਹੜੀ ਪੜਤਾਲ ਨੂੰ ਰੋਕ ਰਹੀ ਸੀ? ਉਹ ਕੀ ਵਜ੍ਹਾ ਸੀ ਕਿ ਇਸ ਪੜਤਾਲ ਆਪਾਂ ਇਸ ਮੁੱਦੇ ਤੇ ਹਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਜਵਾਬ ਲੈਣਾ ਹੈ। ਦੇਖੋ ਇਹ ਮਤਲਬ ਸੰਗਤ ਦਾ ਅਦਾਰਾ ਹੈ, ਸੰਗਤ ਦੇ ਪੈਸਿਆਂ ਨਾਲ ਚੱਲਦਾ ਹੈ, ਕਿਸੇ ਦਾ ਨਿੱਜੀ ਅਦਾਰਾ ਨਹੀਂ ਹੈ ਤੇ ਇਸ ਨੂੰ ਕਿਸੇ ਨੂੰ ਨਿੱਜੀ ਸਮਝਣਾ ਵੀ ਨਹੀਂ ਚਾਹੀਦਾ। ਇਹ ਕੱਲ ਨੂੰ ਅੱਜ ਇਹ ਬੈਠੇ ਆ, ਕੱਲ ਨੂੰ ਹੋਰ ਬੈਠੇਗਾ, ਮਤਲਬ ਇਹ ਚੀਜ਼ਾਂ ਪਬਲਿਕ ਡੋਮੇਨ ਚ ਆਉਣੀਆਂ ਚਾਹੀਦੀਆਂ ਕਿ ਆਖਰ ਕਿਹੜੀਆਂ ਤਾਕਤਾਂ ਹੈਗੀਆਂ ਜਿਹੜੀਆਂ ਐਸਜੀਪੀਸੀ ਨੂੰ ਡਿਸਟੇਬਲਾਈਜ਼ ਕਰ ਰਹੀਆਂ। ਓਕੇ ਮਨਿੰਦਰ ਜੀ, ਤੁਹਾਡਾ ਵਿਊ ਪੁਆਇੰਟ ਆਇਆ। ਡਾਕਟਰ ਸੋਤਾ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ ਹੈ। ਡਾਕਟਰ ਸੋਤਾ, ਤੁਸੀਂ ਦੋਨਾਂ ਹੀ ਮਹਿਮਾਨਾਂ ਦੇ ਕਮੈਂਟਸ ਵੀ ਸੁਣੇ ਹੈ। ਜੋ ਏਡੀ ਵੱਡੀ ਮੰਦਭਾਗੀ ਘਟਨਾ, ਚਾਹੇ ਉਹਦਾ ਪਿਛੋਕੜ ਕੋਈ ਵੀ ਰਿਹਾ ਹੋਵੇ, ਆਖਰਕਾਰ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਦੇ ਆਪਾਂ ਲਾਪਤਾ ਗੁੰਮ ਹੋਣ ਦੀ ਗੱਲ ਕਰਦੇ ਹਾਂ, ਜਿਨ੍ਹਾਂ ਚੋਂ ਗਰੇਵਾਲ ਸਾਹਿਬ ਨੇ ਕਿਹਾ ਹੈ ਕਿ ਕੋਈ ਸਰੂਪ ਜਿਹੜੇ ਅਗਨ ਭੇਟ ਹੋ ਗਏ ਜਾਂ ਪਾਣੀ ਕਰਕੇ ਜਿਹੜਾ ਹੈਗਾ ਨੁਕਸਾਨੇ ਗਏ ਜਿਹੜੇ ਹੈਗਾ। ਇਹ ਸਾਰੇ ਮੁੱਦੇ ਤੇ ਇੰਨਾ ਲੰਬਾ ਸਮਾਂ ਲੰਘ ਗਿਆ, 5 ਸਾਲ ਬਾਅਦ ਹੁਣ ਜਾਂਚ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਡਾਕਟਰ ਸੋਤਾ, ਕੀ ਕਹੋਗੇ ਤੁਸੀਂ? ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਹਿਬ ਸੰਗਤ ਨੂੰ ਫਤਿਹ ਜੀ। ਸੋ ਜਿਹੜਾ ਇਹ ਤੁਸੀਂ ਮੁੱਦਾ ਚੁੱਕਿਆ, ਪਹਿਲਾਂ ਤਾਂ ਮੈਂ ਤੁਹਾਨੂੰ ਇਸ ਦਾ ਤੁਹਾਡਾ ਧੰਨਵਾਦ ਵੀ ਕਰਦੀ ਹਾਂ, ਤੁਹਾਡੇ ਚੈਨਲ ਦਾ, ਔਰ ਤੁਹਾਨੂੰ ਵਧਾਈ ਵੀ ਦਿੰਦੀ ਹਾਂ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਬਹੁਤ ਸੰਗੀਨ ਮੁੱਦੇ ਜਿਹੜੇ ਉਠਾਉਂਦੇ ਹੋ ਤੇ ਪਬਲਿਕ ਨੂੰ ਅਵੇਅਰ ਕਰਦੇ ਹੋ। ਹੁਣ ਮੈਂ ਮੁੱਦੇ ਤੇ ਆਉਣੀ ਆ ਤੁਹਾਡੇ ਸਵਾਲ ਤੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਗੁਰੂ ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਭਾਵ ਕਿ ਗੁਰੂ ਸਿੱਖ ਹੈ ਅਤੇ ਸਿੱਖ ਗੁਰੂ ਹੈ, ਦੋਵੇਂ ਇੱਕ ਰੂਪ ਹਨ ਅਤੇ ਦੋਵੇਂ ਆਪਣਾ ਗੁਰੂ ਦਾ ਮਤ ਪ੍ਰਚਲਿਤ ਕਰਦੇ ਹਨ। ਸਾਡਾ ਇਸ ਚੀਜ਼ ਤੋਂ ਬੇਸਿਕ ਚੀਜ਼ ਤੋਂ ਵਾਕਫ ਹੋਣਾ ਜ਼ਰੂਰੀ ਹੈ ਸਿੱਧੂ ਸਾਹਿਬ ਕਿ ਕੀ ਉਸ ਪ੍ਰਬੰਧ ਦੇ ਵਿੱਚ ਜਿੰਨੇ ਵੀ ਲੋਕ ਸ਼ਾਮਲ ਨੇ, ਕੀ ਉਹ ਗੁਰੂ ਦੇ ਸਿੱਖ ਨੇ ਕਿ ਤਨਖਾਹ ਤੇ ਰੱਖੇ ਹੋਏ ਮੁਲਾਜ਼ਮ ਨੇ? ਕਿ ਉੱਥੇ ਵੀ ਜਿਹੜੀਆਂ ਨੇ ਰੋਟੀਆਂ ਸੇਕੀਆਂ ਜਾਂਦੀਆਂ ਨੇ, ਆਪਣੇ ਨੇੜ ਸਕਿਆਂ ਨੂੰ ਵੱਧ ਤੋਂ ਵੱਧ ਤਨਖਾਹਾਂ ਦਵਾ ਕੇ ਮੋਟੀਆਂ ਤਨਖਾਹਾਂ ਦੇ ਕੇ ਰੱਖਿਆ ਜਾਂਦਾ ਹੈਗਾ, ਉਹਨਾਂ ਨੂੰ ਪਲੀਜ਼ ਕਰਨ ਵਾਸਤੇ ਗੁਰੂ ਦੇ ਗੋਲਕ ਵਿੱਚੋਂ। ਗੁਰੂ ਦੀ ਗੋਲਕ ਜਿਹੜੀ ਹੈ ਉਹ ਗਰੀਬ ਦਾ ਮੂੰਹ ਹੈਗਾ। ਅਸੀਂ ਕਹਿੰਦੇ ਆ, ਰੋਜ਼ ਅਰਦਾਸ ਕਰ ਰਹੇ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਲ ਇੱਕ ਨਹੀਂ ਬੀਤਿਆ, 2 ਨਹੀਂ ਬੀਤੇ, 5.25 ਬੀਤ ਗਏ, ਸਰੂਪ ਇੱਕ ਨਹੀਂ ਲਾਪਤਾ ਹੋਇਆ, 2 ਨਹੀਂ, 5 ਨਹੀਂ, 10 ਨਹੀਂ, ਸੈਂਕੜੇ 267 ਜਿਹੜੇ ਸੀ ਉਹ ਗਾਇਬ ਹੋ ਗਏ। ਉਹਦੇ ਵਾਸਤੇ ਜਸਟੀਫਿਕੇਸ਼ਨ ਅੱਜ ਇਹ ਦਿੱਤੀ ਜਾ ਰਹੀ ਹੈ ਕਿ ਅਸੀਂ ਤਾਂ ਸਾਰਾ ਕੁਝ ਸਹੀ ਕੀਤਾ ਸੀ, ਕਿਸੇ ਮੁਲਾਜ਼ਮ ਦੀ ਅਣਗਹਿਲੀ ਸੀ। ਕੀ ਗੱਲ ਹੈ, ਅਣਗਹਿਲੀ ਵਾਸਤੇ ਮੁਲਾਜ਼ਮ ਹੀ ਹੁੰਦੇ ਨੇ ਦੋਸ਼ੀ? ਕਿ ਉਹਦੇ ਵਾਸਤੇ ਕੇਵਲ ਮੁਲਾਜ਼ਮਾਂ ਦੀ ਤਬਦੀਲੀ ਕਰ ਦੇਣੀ, ਟ੍ਰਾਂਸਫਰ ਕਰ ਦੇਣੀ ਹੱਲ ਹੈਗਾ? ਅੱਜ ਸਿੱਖ ਸੰਗਤ ਜੋ ਹੈਗੀ ਉਹ ਵੈਲ ਅਵੇਅਰ ਹੈਗੀ ਹੈ ਔਰ ਹਰ ਦੇ ਦਿਲ ਵਿੱਚ ਇਹ ਬਿਲਕੁਲ ਬੇਯਕੀਨੀ ਹੈ, ਇਹ ਖਦਸ਼ਾ ਹੈ ਕਿ ਸਭ ਕੁਝ ਅੱਛਾ ਨਹੀਂ ਹੈ, ਇਹਦੀਆਂ ਪਰਤਾਂ ਖੁੱਲਣਗੀਆਂ। ਜਿਸ ਤਰ੍ਹਾਂ ਅੱਜ ਕਰੋਨਾ ਦੀ ਮਾਰ ਸੰਸਾਰ ਮਨੁੱਖਤਾ ਝੱਲ ਰਹੀ ਹੈ ਆਪਣੀਆਂ ਕਰਤੂਤਾਂ ਕਰਕੇ, ਇਸੇ ਤਰ੍ਹਾਂ ਹੀ ਮੈਂ ਅੱਜ ਇਸ ਮੰਚ ਤੋਂ ਕਹਿਣਾ ਚਾਹੁੰਦੀ ਹਾਂ ਕਿ ਜਿਹੜੀਆਂ ਇਹ ਮਿਲੀ ਭੁਗਤ ਜਾਂ ਲੋਕਾਂ ਨੂੰ ਲਿਪਾ ਪੋਚੀ ਕਰਕੇ ਦਿਸ ਦੈਟ ਕਰਕੇ ਕੀਤੀਆਂ ਗੱਲਾਂ ਤੋਂ ਜਿਹੜਾ ਗੁਰੂ ਦਾ ਸਿੱਖ ਹੈ ਉਹ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੈ। ਦੋਸ਼ੀਆਂ ਨੂੰ ਤਾਂ ਗੁਰੂ ਮਹਾਰਾਜ ਨੇ ਸਜ਼ਾ ਦੇ ਦੇਣੀ ਹੈ। ਜਿਹੜੀ ਰਹੀ ਅੰਤਰਿਮ ਕਮੇਟੀ ਨੇ ਫੈਸਲਾ ਲਿਆ, ਉਹਦਾ ਅਸੀਂ ਸਵਾਗਤ ਵੀ ਕਰਦੇ ਹਾਂ। ਦੇਰ ਆਏ ਦੁਰਸਤ ਆਏ, ਕੀ ਗੱਲ ਹੈਗੀ ਆ ਜਿਸ ਨੂੰ ਅਸੀਂ ਗੁਰੂ ਦਾ ਰੂਪ ਮੰਨਦੇ ਹਾਂ, ਉਸ ਦਾ ਰੋਜ਼ ਗੁਰੂ ਦਾ ਸਿੱਖ ਸਵੇਰੇ ਉੱਠ ਕੇ ਹੁਕਮਨਾਮਾ ਲੈਂਦਾ ਹੈ, ਉਸ ਦੇ ਮੁਤਾਬਕ ਆਪਣੀ ਜੀਵਨ ਜਾਂਚ ਜਿਹੜੀ ਹੈ ਸ਼ੁਰੂ ਕਰਕੇ ਦਿਨਚਾਰ ਕਰਨਾ ਆਪਣਾ ਹੁਕਮ ਹੈ ਗੁਰੂ ਦਾ। ਕਿ ਅੱਜ ਅਸੀਂ ਇਸ ਲੈਵਲ ਤੇ ਆ ਕੇ ਇੰਨਾ ਨਿਗਾਰ ਆ ਗਿਆ ਕਿ ਗੁਰੂ ਦੇ ਪਾਵਨ ਸਰੂਪ ਪਤਾ ਹੀ ਨਹੀਂ ਕਿੱਥੇ ਖੁਰਦ-ਬੁਰਦ ਹੋ ਗਏ। ਇੰਨੀ ਵੱਡੀ ਸੰਸਥਾ ਜਿਹੜੀ ਕਿ ਜਿਸ ਤਰ੍ਹਾਂ ਮੇਰੇ ਵੀਰ ਨੇ ਕਿਹਾ ਇੱਕ ਕਨਸਟੀਟਿਊਸ਼ਨ ਦੇ ਮੁਤਾਬਕ ਚੱਲਦੀ ਹੈ, ਉਸ ਦੇ ਲਾਜ਼, ਬਾਈ ਲਾਜ਼, ਰੈਗੂਲੇਸ਼ਨਸ ਹੈਗੇ ਨੇ, ਇਹਦੇ ਸਭ ਦੇ ਹੁੰਦਿਆਂ ਕਿ ਸਾਨੂੰ ਸਭ ਨੂੰ ਇਸ ਗੱਲ ਤੇ ਮੰਨਣਾ ਨਹੀਂ ਚਾਹੀਦਾ ਕਿ ਚਾਹੇ ਪ੍ਰੈਜ਼ੈਂਟ ਨੇ, ਚਾਹੇ ਪਾਸਟ ਨੇ, ਚਾਹੇ ਅਸੀਂ ਹੈਗੇ ਹਾਂ, ਕਿ ਇਹ ਅੰਡਰ ਦੀ ਕਾਰਪੈਟ ਮੁੱਦਾ ਰੱਖਿਆ ਗਿਆ। ਜਦ ਤੱਕ ਪੂਰਾ ਬਰਨਿੰਗ ਇਸ਼ੂ ਨਹੀਂ ਬਣ ਗਿਆ
ਤੇ ਅੱਜ ਜਵਾਬਦੇਹੀ ਦਿੱਤੀ ਜਾ ਰਹੀ ਹੈ, ਅੱਜ ਮੀਟਿੰਗ ਕੀਤੀ ਜਾ ਰਹੀ ਹੈ। ਸੋ ਮੈਂ ਤਾਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਅਰਦਾਸ ਕਰਦੀ ਹਾਂ ਕਿ ਗੁਰੂ ਸਮਤ ਬਖਸ਼ੇ, ਆਪਣੀਆਂ ਅੱਖਾਂ 'ਚ ਜਿਹੜਾ ਘੱਟਾ ਪਾਉਣ ਦਾ ਜਿਹੜਾ ਇਹ ਪ੍ਰਕਿਰਿਆ ਦੇਰ ਤੋਂ ਚੱਲੀ ਆ ਰਹੀ ਹੈ, ਇਸ ਨੂੰ ਖਤਮ ਕਰਕੇ ਆਪਣੀ ਭੁੱਲ ਮਨਾ ਕੇ, ਨਾ ਕਿ ਦੂਸਰਿਆਂ ਨੂੰ ਦੋਸ਼ੀ ਠਹਿਰਾ ਕੇ, ਆਪਣੀ ਭੁੱਲ ਬਣਾ ਕੇ ਗੁਰੂ ਅੱਗੇ ਇਸ ਨੂੰ ਦਰੁਸਤ ਕੀਤਾ ਜਾਵੇ ਔਰ ਸਹੀ ਜਾਣਕਾਰੀ ਜਿਹੜੀ ਹੈਗਾ ਗੁਰੂ ਦੀ ਸੰਗਤ ਦੇ ਅੱਗੇ ਲਿਆਂਦੀ ਜਾਏ। ਮੇਰੀ ਇਹ ਸਿਨੇਮਰ ਬੇਨਤੀ ਹੈ ਆਪ ਸਭ ਅੱਗੇ। ਡਾਕਟਰ ਸੋਹਤਾ ਮਿਹਰਬਾਨੀ। ਹੁਣ ਆਪਾਂ ਨੂੰ ਟੈਕਨੀਕਲ ਤੌਰ ਤੇ ਬ੍ਰੇਕ ਲੈਣੀ ਪੈਣੀ ਹੈ। ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਿੱਦਾਂ ਡਾਕਟਰ ਸੋਹਤਾ ਨੇ ਕਿਹਾ, ਇਸ ਨਾਜ਼ੁਕ ਤੇ ਭਾਵੁਕ ਮੁੱਦੇ ਤੇ ਆਪਾਂ ਜਲਦ ਆ ਰਹੇ ਹਾਂ ਵਾਪਸ। ਨਜ਼ਰੀਆ ਦੀ ਟੀਵੀ ਦਰਸ਼ਕਾਂ ਦਾ ਸਵਾਗਤ। ਗਰੇਵਾਲ ਸਾਹਿਬ, ਜਿਸ ਮਾਮਲੇ ਤੇ ਬ੍ਰੇਕ ਤੋਂ ਪਹਿਲਾਂ ਡਾਕਟਰ ਸੋਹਤਾ ਨੇ ਕਿਹਾ, ਅਮਰਿੰਦਰ ਜੀ ਨੇ ਜਿਹੜੇ ਸਵਾਲ ਖੜੇ ਕੀਤੇ ਆ, ਉਹ ਕਹਿੰਦੇ ਕਿ ਠੀਕ ਹੈ, ਜਿਹੜੇ ਤਾਂ ਸਾਰੇ ਹੀ ਇਸ ਗੱਲ ਦੇ ਉੱਤੇ ਸਵਾਲ ਤਾਂ ਉੱਠਣਗੇ, ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਜਿਹੜੇ ਦੋਸ਼ੀ ਹੈ ਉਹ ਜੱਗ ਜ਼ਾਹਰ ਹੋਣੇ ਚਾਹੀਦੇ ਹੈ। ਅਮਰਿੰਦਰ ਉਹਨਾਂ ਨੇ ਕਿਹਾ ਕਿ ਜਿਹੜੀ ਮੌਜੂਦਾ ਇਸ ਵੇਲੇ ਲੀਡਰਸ਼ਿਪ ਹੈ ਐਸਜੀਪੀਸੀ ਦੀ, ਉਹਦੀ ਸਮਰੱਥਾ ਨਹੀਂ ਹੈਗੀ ਕਿ ਸਜ਼ਾਵਾਂ ਦੇਣ ਤੱਕ ਮਾਮਲਾ ਪਹੁੰਚ ਸਕੇ। ਘੱਟੋ ਘੱਟ ਉਹ ਕਹਿੰਦੇ ਇਹੀ ਪਤਾ ਲੱਗ ਜੇ ਕਿ ਦੋਸ਼ੀ ਕੌਣ ਆਇਆ। ਉਹਨਾਂ ਨੇ ਉਸ ਵੇਲੇ ਦੇ ਪ੍ਰਧਾਨ ਦੇ ਉੱਤੇ, ਉਸ ਵੇਲੇ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਉੱਤੇ ਤੇ ਪ੍ਰਬੰਧ ਦੇ ਉੱਤੇ ਵੀ ਸਵਾਲ ਉਠਾਏ ਹੈ। ਡਾਕਟਰ ਸੋਹਤਾ ਨੇ ਵੀ ਇਸ ਤਰ੍ਹਾਂ ਦੇ ਸਵਾਲ ਕੀਤੇ ਹੈ। ਗਰੇਵਾਲ ਜੀ, ਕੀ ਕਹੋਗੇ ਇਸ ਮਾਮਲੇ ਤੇ? ਦੇਖੋ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਵਾਬਦੇਹ ਆ। ਮੈਂ ਭਾਵੇਂ ਉਸ ਰੁਤਬੇ 'ਚ ਨਹੀਂ ਹੈਗਾ ਕਿ ਕੋਈ ਮੈਂ ਉਹਨਾਂ ਦਾ ਸਪੋਕਸਪਰਸਨ ਆ। ਤੁਸੀਂ ਮੈਨੂੰ ਇਸ ਗੱਲ ਲਈ ਇੱਕ ਸੇਵਾ ਦਾ ਮੌਕਾ ਦਿੱਤਾ, ਜਿੰਨੀ ਮੇਰੀ ਬੁੱਧੀ ਆ ਉਹ ਮੈਂ ਗੱਲ ਕਰ ਰਿਹਾ। ਅਮਰਿੰਦਰ ਸਿੰਘ ਹੁਣੀ ਮੇਰੇ ਮਿੱਤਰ ਨੇ, ਅਸੀਂ ਸੰਘਰਸ਼ ਵਿੱਚ ਇਕੱਠੇ ਰਹੇ। ਇਹ ਬਹੁਤ ਬਖੂਬੀ ਜਾਣਦੇ ਆ ਕਿਉਂਕਿ ਇਹ ਮੈਂਬਰ ਰਹੇ ਨੇ। ਸੋ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ, ਦੇਖੋ ਮੈਂ ਤਾਂ ਇਹ ਠੀਕ ਆ ਕਿ ਇੱਥੇ ਬੈਠ ਕੇ ਇੱਕ ਗੱਲ ਦਾ ਇਹ ਗੱਲ ਦਾ ਮਾਣ ਨਾ ਲਿਆ ਕਰੋ ਕਿ ਸਿਰਫ ਤੇ ਸਿਰਫ ਅਸੀਂ ਸ਼੍ਰੋਮਣੀ ਕਮੇਟੀ ਨੂੰ ਭੰਡ ਲਈਏ ਤੇ ਅਸੀਂ ਆਪਣੇ ਆਪ ਨੂੰ ਬਹੁਤ ਮਹਾਨ ਹੋ ਜਾਵਾਂਗੇ। ਬਹੁਤ ਸੋਹਣੀ ਗੱਲ ਕੀਤੀ ਸੀ ਇਹਨਾਂ ਨੇ ਕਿ ਇਹ ਕੱਲ ਇੱਥੇ ਸੀਗੇ, ਅੱਜ ਨਹੀਂ ਹੈਗੇ। ਅਸੀਂ ਅੱਜ ਇੱਥੇ ਆ, ਕੱਲ ਨੂੰ ਨਹੀਂ ਹੋਵਾਂਗੇ, ਕਿਉਂਕਿ ਇਹ ਇੱਕ ਡੈਮੋਕ੍ਰੈਟਿਕ ਪ੍ਰਕਿਰਿਆ। ਇਹ ਕੋਈ ਕਿਸੇ ਦੀ ਸੰਸਥਾ ਨਹੀਂ ਹੈ, ਕਿਸੇ ਦੀ ਆਪਣੀ ਸੰਸਥਾ ਨਹੀਂ ਹੈ। ਤੇ ਲੋਕ ਸਿੱਖ ਜਿਹੜੇ ਆ ਉਹ ਵੋਟ ਪਾਉਂਦੇ ਆ, ਉਸ ਕਰਕੇ ਇੱਥੇ ਸੰਸਥਾ ਬਣਦੀ ਆ, ਉਹੀ ਪ੍ਰਧਾਨ ਚੁਣਦਾ। ਚਲੋ ਉਹ ਵੱਖਰੇ ਬਹਿਸ ਦਾ ਵਿਸ਼ਾ ਨਹੀਂ ਹੈ। ਇਹਨਾਂ ਨੇ ਜਿਵੇਂ ਜ਼ਿਕਰ ਕੀਤਾ ਸੀਗਾ ਕਿ ਸਰਦਾਰ ਭੌਰ ਸਾਹਿਬ ਦਾ ਜ਼ਿਕਰ ਕਰਦੇ ਆ। ਭੌਰ ਸਾਹਿਬ ਉਦੋਂ ਜਨਰਲ ਸਕੱਤਰ ਸਨ। ਤੇ ਤੁਹਾਡੀ ਮੈਂ ਜਾਣਕਾਰੀ ਵੀ ਦੱਸ ਦਿਆਂ ਕਿ ਜਿਸ ਦਿਨ ਇਹ ਘਟਨਾ ਵਾਪਰਦੀ ਆ 19 ਮਈ ਤੋਂ ਅਗਲੇ ਦਿਨ, ਸ਼ਾਇਦ ਮੇਰੀ ਤਰੀਕ ਸ਼ਾਇਦ ਮੈਂ ਭੁੱਲਦਾ ਨਾ ਹੋਵਾਂ, 20 ਤਰੀਕ ਨੂੰ ਐਗਜ਼ੈਕਟਿਵ ਦੀ ਮੀਟਿੰਗ ਸੀ। ਉਹ ਮੀਟਿੰਗ ਦੇ ਵਿੱਚ ਕੋਈ ਏਜੰਡਾ ਨਹੀਂ ਰੱਖਿਆ ਗਿਆ, ਉਹ ਮੀਟਿੰਗ ਕੈਂਸਲ ਕਰ ਦਿੱਤੀ ਗਈ। ਸਾਰੀ ਐਗਜ਼ੈਕਟਿਵ ਸਣੇ ਪ੍ਰਧਾਨ ਮੇਰਾ ਇਹ ਜਿਹੜੇ ਅਹੁਦੇਦਾਰ ਆ ਜਾਂ ਉਦੋਂ ਦੇ ਅਧਿਕਾਰੀ ਆ, ਮੈਂ ਉਹਨਾਂ ਦੀ ਵਕਾਲਤ ਕਰ ਰਿਹਾ? ਬਿਲਕੁਲ ਨਹੀਂ, ਬਿਲਕੁਲ 1% ਵੀ ਨਹੀਂ। ਪਰ ਮੈਂ ਜਾਣਕਾਰੀ ਤਾਂ ਤੁਹਾਨੂੰ ਵਾਅਦਾ ਕਰ ਸਕਦਾ ਕਿ ਸਾਰੀ ਐਗਜ਼ੈਕਟਿਵ ਉਸ ਸਥਾਨ ਤੇ ਪਹੁੰਚੀ। ਉੱਥੇ ਜੋ ਕੁਛ ਭੌਰ ਸਾਹਿਬ ਅੱਜ ਦਾ ਇਹ ਗੱਲ ਕਹਿੰਦੇ ਆ, ਸਾਡੇ ਆਉਣ ਤੋਂ ਪਹਿਲਾਂ ਉਹ ਗੱਲ ਹੋ ਗਈ ਸੀ। ਕੀ ਉਹ ਜਨਰਲ ਸਕੱਤਰ ਹੈ ਸੀ ਉਸ ਟਾਈਮ ਤੇ? ਉਹ ਬੜੀ ਪਾਵਰ ਰੱਖਦੇ ਸੀ ਉਸ ਟਾਈਮ ਤੇ। ਉਹ ਇਸ ਗੱਲ ਦਾ ਉਦੋਂ ਤੱਕ ਸਵਾਲ ਨਹੀਂ ਪੁੱਛਿਆ। 5.5 ਸਾਲ ਬਾਅਦ ਉਹ ਜ਼ਰੂਰ ਸਵਾਲ ਪੁੱਛ ਰਹੇ ਨੇ। ਉਹ ਕਿਰਪਾ ਕਰਕੇ, ਮੈਂ ਪਹਿਲਾਂ ਜਿਵੇਂ ਜ਼ਿਕਰ ਕੀਤਾ, ਤੁਹਾਡੇ ਜਿੰਨੇ ਤੁਹਾਡੇ ਕਹਿੰਦੇ ਹੁੰਦੇ ਲਾਂਭੇ ਆ ਜਾਂ ਜਿੰਨੇ ਤੁਹਾਡੇ ਉਸ ਟਾਈਮ ਤੇ ਭੌਰ ਸਾਹਿਬ ਕਿੱਥੇ ਸਨ? ਉਸ ਟਾਈਮ ਸੇ ਨੂੰ ਬਚਾਇਆ ਗਿਆ ਤੇ ਉਸ ਸਮੇਂ ਦੀ ਜਿਹੜੀ ਹੈ ਸੰਸਥਾ ਦੇ ਵਿੱਚ ਉਹ ਰੁਤਬਾ ਗ੍ਰਹਿਣ ਕੀਤਾ ਸੀ। ਉਸ ਸਮੇਂ ਉਹਨਾਂ ਨੇ ਕਿਉਂ ਨਹੀਂ ਕੀਤਾ? ਚਲੋ ਮੈਂ ਇਹਦੀ ਵੀ ਗੱਲ ਛੱਡ ਦੇਣਾ। ਉਹ ਬੀਬੀ ਜੀ ਹੋਰਾਂ ਨੇ ਬੜੇ ਸਤਿਕਾਰਯੋਗ ਨੇ, ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਹੜੀਆਂ ਅਕਸਰ ਰੂਟੀਨ ਵਿੱਚ ਕੀਤੀਆਂ ਜਾਂਦੀਆਂ ਕਿ ਅਸੀਂ ਸ਼੍ਰੋਮਣੀ ਕਮੇਟੀ ਤੇ ਉਲਾਂਭਾ ਦੇਈਏ, ਹੋਰ ਕਰੀਏ। ਇਹਨਾਂ ਨੇ ਜ਼ਿਕਰ ਕੀਤਾ ਕਿ ਅੱਖੀਂ ਘੱਟਾ ਪਾਇਆ ਜਾ ਰਿਹਾ। ਤੋਂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੀ ਦੇਰ ਦੇ ਕੋਈ ਸੇਵਾ ਬਖਸ਼ੀ ਆ, ਗੁਰੂ ਨੇ ਬਖਸ਼ੀ, ਸੰਗਤ ਨੇ ਬਖਸ਼ੀ ਆ, ਅੱਖੀਂ ਘੱਟਾ ਨਾ ਆਪਦੇ ਪਾਇਆ ਤੇ ਨਾ ਕਿਸੇ ਦੇ ਪੈਣ ਦਿੱਤਾ। ਠੀਕ ਆ, ਸਿਸਟਮ ਨੂੰ ਸੁਧਾਰਨ ਦੇ ਵਿੱਚ ਕਿੰਨਾ ਕੁ ਵਕਤ ਲੱਗੇਗਾ ਇਹ ਮੈਂ ਇਕੱਲਾ ਨਹੀਂ ਕਹਿ ਸਕਦਾ ਇਸ ਸਮਰਾਧ ਦੇ ਵਿੱਚ। ਇਸ ਮਾਮਲੇ 'ਚ ਤਾਂ ਮੈਂ ਖਾਸ ਤੌਰ ਤੇ ਕਹਿ ਦਿੰਦਾ ਬੇਨਤੀ ਸਹਿਤ ਕਿ ਕਿਹੜਾ ਅੱਖੀਂ ਘੱਟਾ ਅਸੀਂ ਪਾ ਰਹੇ ਹਾਂ ਅੱਜ ਦੀ ਤਰੀਕ 'ਚ। ਇਸ ਗੱਲ ਨੂੰ ਕਲੀਅਰ ਕਰਤਾ, ਸਪਸ਼ਟ ਕਰਤਾ ਕਿ ਅਸੀਂ ਨਾ ਤਾਂ ਸਜ਼ਾ ਦੇਣੀ ਆ। ਜਦੋਂ ਜਿਹੜੀ ਪੜਤਾਲ ਹੋਏਗੀ, ਇੰਡੀਪੈਂਡੈਂਟ ਪੜਤਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਰਪ੍ਰਸਤੀ ਹੇਠ ਹੋਏਗੀ, ਜੋ ਵੀ ਜਿਹਨੂੰ ਵੀ ਉਹ ਲਾਉਣਗੇ, ਜਿਹੜੀ ਉਹ ਰਿਜ਼ਲਟ ਕੱਢਣਗੇ, ਉਹਦੇ ਖਿਲਾਫ ਜਿਹੜਾ ਬਣਦਾ ਹੱਕ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਰਚਾ ਦਰਜ ਕਰਾਉਣਾ, ਜੋ ਕਰਨਾ, ਜਿਹੜੀ ਜ਼ਿੰਮੇਵਾਰੀ ਬਣਦੀ ਆ ਉਹ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਾਏਗੀ।
ਸੋ ਇਸ ਗੱਲ ਪਿੱਛੇ ਬੇਨਤੀ ਗਰੇਵਾਲ ਹੈ ਸਾਹਿਬ, ਇਸ ਗੱਲ ਦੀ ਗਰੇਵਾਲ ਸਾਹਿਬ ਮੈਂ ਬਿਲਕੁਲ ਮੈਂ ਜੀ ਜੀ ਗਰੇਵਾਲ ਜੀ ਜ਼ਿਕਰ ਕਰਦਾ ਕਿ ਰਾਜਨੀਤੀ ਕਰਨ ਨੂੰ ਬਹੁਤ ਸਾਰੇ Okay. ਫੀਲਡ ਹੈਗੇ ਨੇ, ਪਰ ਅਸੀਂ ਸੁਧਾਰ ਕਰਨ ਦੀ ਕੋਸ਼ਿਸ਼ ਕਰੀਏ। ਕਾਬਜ਼ ਕੋਈ ਨਹੀਂਗਾ, ਉਹ ਇੱਥੇ ਸਿੱਖਾਂ ਨੇ ਉਹਨਾਂ ਨੂੰ ਲਿਆਂਦਾ ਹੋਇਆ। ਜੇ ਮੈਂ ਵੀ ਇੱਥੇ ਆਇਆ ਵਾਂ ਤੇ ਸੰਗਤ ਨੇ ਵੋਟ ਪਾ ਕੇ ਮੈਨੂੰ ਇੱਥੇ ਭੇਜਿਆ। ਅਮਰਿੰਦਰ ਜੀ ਜਦੋਂ ਆਏ ਸੀ ਸੰਗਤ ਨੇ ਵੋਟ ਪਾ ਕੇ ਭੇਜਿਆ ਸੀ, ਕਿਸੇ ਬੰਦੇ ਨੇ ਇੱਥੇ ਸਥਾਪਿਤ ਨਹੀਂ ਕੀਤਾ। ਠੀਕ ਹੈ, ਅਸੀਂ ਉਸ ਗੱਲ ਵਾਸਤੇ ਵੱਡੀ ਵਿਚਾਰ ਕਰ ਸਕਦੇ ਹਾਂ ਕਿ ਇੱਥੇ ਕੌਣ ਨੇ, ਇੱਥੇ ਕੌਣ ਬਣਾਉਂਦਾ ਕੌਣ ਨਹੀਂ ਬਣਾਉਂਦਾ, ਅੱਜ ਦਾ ਵਿਸ਼ਾ ਨਹੀਂ ਹੈਗਾ। ਪਰ ਮੈਂ ਇਹ ਗੱਲ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੀਚਾ ਨਾ ਦਿਖਾਇਆ ਕਰੋ। ਉੱਥੇ ਕੰਮ ਕਰਨ ਵਾਲੇ ਬੰਦੇ ਗਲਤ ਹੋ ਸਕਦੇ ਆ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸਾਰਿਆਂ ਦੀ ਸੰਸਥਾ ਵਾ। ਸਿਰਫ ਤੇ ਸਿਰਫ ਇਹਨੂੰ ਅਸੀਂ ਨਿੰਦਣ ਦਾ ਕੰਮ ਜਿਹੜਾ ਕਰਕੇ ਆਪਣੇ ਆਪ ਨੂੰ ਮਹਾਨ ਸਿੱਖ ਨਾ ਸਮਝੀਏ। ਮੇਰੇ ਕਈ ਗੱਲ ਦਾ ਗੁੱਸਾ ਨਾ ਕੀਤਾ ਜਾਵੇ। ਓਕੇ ਜੀ ਤੁਹਾਡੀ ਗੱਲ ਗਰੇਵਾਲ ਸਾਹਿਬ ਆ ਗਈ ਹੈ। ਅਮਰਿੰਦਰ ਜੀ ਇਸ ਮੁੱਦੇ ਤੇ ਕੀ ਜਵਾਬ ਦੋਗੇ? ਇਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਹੋਰ ਮੁੱਦੇ ਦਾ ਨਾਂ ਲੈ ਕੇ ਜਾਂ ਬਹਾਨਾ ਬਣਾ ਕੇ ਪ੍ਰਬੰਧ ਦੇ ਵਿੱਚ ਨੁਕਸ ਹੋ ਸਕਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਦੋਸਤਾਂ ਵੱਲੋਂ ਜਾਂ ਕੁਝ ਜਿਹੜੇ ਸਹਿਯੋਗੀਆਂ ਵੱਲੋਂ ਇਦਾਂ ਦੀ ਬਦਨਾਮ ਕਰਨ ਦੀ ਗੱਲ ਕੀਤੀ ਜਾਂਦੀ ਹੈ, ਉਹ ਨਾ ਕੀਤੀ ਜਾਵੇ ਤੇ ਨਾ ਹੀ ਇਸ ਮਾਮਲੇ ਨੂੰ ਪੰਡਿਤ ਪ੍ਰਚਾਰ ਦਾ ਜਿਹੜਾ ਮੁੱਦਾ ਬਣਾਇਆ ਜਾਵੇ। ਪਰ ਸਵਾਲ ਜਿਹੜਾ ਹੈਗਾ ਮਾਮਲਾ ਜਿੱਥੇ ਆ ਕੇ ਖੜਾ ਹੁੰਦਾ ਹੈ ਕਿ ਇੰਨੇ ਸਮੇਂ ਬਾਅਦ ਆਖਰ ਕਿਤੇ ਨਾ ਕਿਤੇ ਜ਼ਿੰਮੇਵਾਰੀ ਜਿਹੜੀ ਹੈ ਤੈਅ ਹੋਣ ਦੇ ਜਿਹੜੇ 5 ਸਾਲ ਦਾ ਸਮਾਂ ਲੰਘਿਆ, ਉਦੋਂ ਦੇ ਪ੍ਰਧਾਨ ਹੈ, ਉਦੋਂ ਦੇ ਹੋਰ ਅਹੁਦੇਦਾਰ ਹੈ, ਉਹਨਾਂ ਦੀਆਂ ਜ਼ਿੰਮੇਵਾਰੀ ਨੂੰ ਲੈ ਕੇ ਸਵਾਲ ਜਿਹੜੇ ਉੱਠ ਰਹੇ ਹੈ। ਗਰੇਵਾਲ ਹੋਣਾ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਿਹੜਾ ਹੈਗਾ ਕਮ ਸੇ ਕਮ ਰਾਜਨੀਤੀ ਤੋਂ ਪਾਸੇ ਰੱਖ ਕੇ ਵਿਚਾਰਿਆ ਜਾਵੇ। ਅਮਰਿੰਦਰ ਜੀ। ਸਿੱਧੂ ਸਾਹਿਬ, ਮੈਂ ਬਿਲਕੁਲ ਇਹਨਾਂ ਦੀ ਇਸ ਗੱਲ ਨਾਲ ਸਹਿਮਤ ਹੈਗਾ। ਮੈਂ ਤਾਂ ਪਹਿਲਾਂ ਹੀ ਕਿਹਾ ਕਿ ਇਹਦੇ ਵਿੱਚ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਦੂਸਰੀ ਗੱਲ ਇਹ ਗੱਲ ਹੈ, ਮੇਰੀ ਤੁਸੀਂ ਰੀਵਾਈਂਡ ਕਰਕੇ ਸੁਣੋ, ਮੈਂ ਕਿਹਾ ਕਿ ਉਹ ਤਾਕਤ ਨੂੰ ਲੱਭਣ ਦੀ ਲੋੜ ਹੈ ਜਿਹੜੀ ਐਸਜੀਪੀਸੀ ਨੂੰ ਸਾਬੋਟੇਜ ਕਰ ਰਹੀ ਹੈ। ਉਹ ਕਿਹੜੀ ਤਾਕਤ ਹੈ ਜਿਹੜੀ ਐਸਜੀਪੀਸੀ ਨੂੰ ਡਿਸਟੇਬਲਾਈਜ਼ ਕਰ ਰਹੀ ਹੈ? ਐਸਜੀਪੀਸੀ ਦੀ ਸੰਸਥਾ ਠੀਕ ਹੈ, ਲੇਕਿਨ ਉੱਥੇ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਜਿਹਨਾਂ ਲੋਕਾਂ ਦਾ ਉੱਥੇ ਮਤਲਬ ਹੋਲਡ ਹੈ, ਜਿਹੜੇ ਕਾਬਜ਼ ਆ ਉੱਥੇ, ਉਹਨਾਂ ਦੇ ਉੱਪਰ ਤੁਸੀਂ ਰੋਜ਼ ਨਿਤ ਦਿਨ ਆਪਾਂ ਦੇਖ ਰਹੇ ਹਾਂ ਕੁਛ ਨਾ ਕੁਛ ਐਲੀਗੇਸ਼ਨ ਆ ਰਹੇ ਹੈ। ਹੁਣ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਵੀ ਜਿਸ ਦਿਨ ਮਹਾਰਾਜ ਦੇ ਬੇਅਦਬੀ ਹੋਈ ਹੈ ਇਹ ਉੱਥੇ ਰਾਮਸਰ ਗੁਰਦੁਆਰਾ ਸਾਹਿਬ ਦੇ ਵਿੱਚ, ਔਰ ਇਹਨਾਂ ਨੇ ਸਾਰਾ ਕੁਝ ਹਸ਼ਪ ਕੀਤਾ, ਉਹਦੇ ਵਿੱਚ ਸਾਰਾ ਲਪੇਟਿਆ, ਕੋਈ ਪੜਤਾਲ ਨਹੀਂ ਕੀਤੀ, ਕੋਈ ਉੱਥੇ ਅਰਦਾਸ ਨਹੀਂ ਕੀਤੀ, ਕੋਈ ਪਛਤਾਤਾਪ ਦਾ ਜਿਹੜਾ ਹੈਗਾ ਸਮਾਗਮ ਨਹੀਂ ਰੱਖਿਆ ਗਿਆ। ਉਸ ਦਿਨ ਗੁਰਦੁਆਰਾ ਦਰਬਾਰ ਸਾਹਿਬ ਦਾ ਮੈਨੇਜਰ ਜਿਹਦੇ ਅੰਡਰ ਉਹ ਸਾਰਾ ਕੁਝ ਚੱਲਦਾ ਹੈ, ਉਹ ਬੰਦਾ ਕੀ ਕਰ ਰਿਹਾ ਸੀ? ਉਹ ਉੱਥੇ ਸਵੇਰੇ ਟੀਵੀ ਦੇ ਸਾਹਮਣੇ ਮਹਾਰਾਜ ਦਾ ਸਰੂਪ ਚੱਕ ਕੇ 2 ਵਜੇ ਪਹੁੰਚ ਰਿਹਾ ਸੀਗਾ, ਤੇ ਦੂਜੇ ਪਾਸੇ ਮਹਾਰਾਜ ਦੇ ਸਰੂਪ ਦੀ ਬੇਅਦਬੀ ਹੋਈ ਪਈ ਸੀ। ਉਹ ਦੋਹਰਾ ਚਿਹਰਾ ਕਿਉਂ ਸੀਗਾ ਉਹਦਾ? ਉਹ ਬੰਦੇ ਕੀ ਕਰ ਰਹੇ ਸੀਗੇ? ਉਹਨਾਂ ਦੇ ਖਿਲਾਫ ਸਖਤ ਕਾਰਵਾਈ, ਉਹਨਾਂ ਨੂੰ ਪੰਥ ਚੋਂ ਛੇਕਣ ਦੀ ਲੋੜ ਹੈ ਤਾਂ ਕਿ ਦੁਬਾਰਾ ਕੋਈ ਬੰਦਾ ਐਸੀ ਹਰਕਤ ਨਾ ਕਰੇ। ਉਹ ਬੰਦੇ ਸਾਰੇ ਪੰਥ ਚੋਂ ਖਾਰਜ ਕਰ ਦੇਣੇ ਚਾਹੀਦੇ ਆ ਜਿਨ੍ਹਾਂ ਦਾ ਵੀ ਇਹਦੇ ਵਿੱਚ ਰੋਲ ਆਏਗਾ। ਤੇ ਮੈਂ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਬਈ ਜਦੋਂ ਬਾਈਬਲ ਕਲਾ ਹੋਇਆ, ਬਰਗਾੜੀ ਹੋਇਆ, ਮਹਾਰਾਜ ਦੇ ਸਰੂਪਾਂ ਦੇ ਜਿਹੜੇ ਅੰਗ ਹੈ ਖਿਲਾਰੇ ਗਏ। ਕੀ ਇਹ ਵੀ ਘੋਖ ਕਰਨ ਦੀ ਲੋੜ ਹੈ ਕਿ 267 ਸਰੂਪਾਂ ਦੇ ਵਿੱਚੋਂ ਤਾਂ ਨਹੀਂ ਸਰੂਪ ਸੀਗੇ ਉਹ ਜਿਹੜੇ ਉੱਥੇ ਉਹਨਾਂ ਦੇ ਹੱਥ ਲੱਗ ਗਏ? ਉਹ ਕਿਹੜੀਆਂ ਤਾਕਤਾਂ ਸੀ ਜਿਹੜੀਆਂ ਸਰੂਪ ਇੱਥੋਂ ਕੱਢ ਰਹੀਆਂ ਸੀ? ਕਿਹੜੀ ਤਾਕਤ ਸੀ ਜਿਹੜੀ ਕਹਿ ਰਹੀ ਸੀ ਰਿਕਾਰਡ 'ਚ ਐਂਟਰੀ ਨਹੀਂ ਕਰਨੀ, ਸਰੂਪ ਦੇ ਦਿਓ ਇੱਥੋਂ? ਉਹ ਕੌਣ, ਕਿਹੜੀ ਤਾਕਤ ਸੀ? ਅਮਰਿੰਦਰ ਜੀ, ਮੈਂ ਸਵਾਲ ਪੁੱਛਣਾ ਚਾਹੁੰਦਾ ਹਾਂ ਜੀ। ਅਮਰਿੰਦਰ ਜੀ, ਹਾਂਜੀ ਅਮਰਿੰਦਰ ਜੀ, ਤੁਸੀਂ ਐਸਜੀਪੀਸੀ ਦੇ ਜਿੱਦਾਂ ਗਰੇਵਾਲ ਸਾਹਿਬ ਨੇ ਕਿਹਾ ਆਪ ਵੀ ਉਸ ਦਾ ਹਿੱਸਾ ਰਹੇ ਹੋ, ਕੀ ਆਖਰਕਾਰ ਉੱਥੇ ਕੋਈ ਸਿਸਟਮ ਤਾਂ ਹੋਏਗਾ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਸ ਤਰ੍ਹਾਂ ਬਾਹਰ ਜਾਂਦੇ ਹੈ, ਕਿੱਥੇ ਜਾਂਦੇ ਹੈ, ਕੋਈ ਗਿਣਤੀ ਹੁੰਦੀ ਹੈ ਗੱਡੀਆਂ ਦੀ, ਕਿਸੇ ਜਗ੍ਹਾ ਦੀ, ਜਾਂ ਕਿਹੜਾ ਅਧਿਕਾਰੀ ਹੈ, ਕਿਹੜੀ ਹਸਤੀ ਹੈ ਜਿਹੜੀ ਉਹਦੇ ਲਈ ਜ਼ਿੰਮੇਵਾਰੀ ਲੈਂਦੀ ਹੈ? ਕੋਈ ਸਿਸਟਮ ਹੋਏਗਾ ਇਦਾਂ? 267 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਨਾ ਪਤਾ ਲੱਗਣਾ, ਕੋਈ ਰਿਕਾਰਡ ਤਾਂ ਹੋਏਗਾ। ਅਮਰਿੰਦਰ ਜੀ, ਕੋਈ ਹੈ ਹਿਸਾਬ ਤਾਂ ਨਹੀਂ? ਬਿਲਕੁਲ ਪੂਰਾ ਸਿਸਟਮ ਹੈਗਾ। ਤੁਸੀਂ ਮਹਾਰਾਜ ਦਾ ਸਰੂਪ ਕਿਸੇ ਗੁਰਦੁਆਰਾ ਸਾਹਿਬ 'ਚ ਵੀ ਲਿਜਾਣਾ, ਪਹਿਲਾਂ ਉੱਥੇ ਜਿਹੜਾ ਲੋਕਲ ਹਲਕਾ ਮੈਂਬਰ ਹੈ ਉਹ ਸਰਟੀਫਾਈ ਕਰਦਾ ਕਿ ਮੈਂ ਇੰਸਪੈਕਸ਼ਨ ਕਰ ਲਈ ਹੈ, ਜਿੱਥੇ ਸਰੂਪ ਜਾਣਾ ਉਹ ਜਗ੍ਹਾ ਠੀਕ ਹੈ, ਉੱਥੇ ਕੋਈ ਬੇਅਦਬੀ ਨਹੀਂ ਹੋਏਗੀ। ਉਹਦੇ ਬਕਾਇਦਾ ਇੱਕ ਫਾਰਮ ਹੈਗਾ, ਫਾਰਮ ਦੇ ਉੱਪਰ ਉਹਦੀਆਂ ਮੋਹਰਾਂ ਲੱਗਦੀਆਂ, ਦਸਤਖਤ ਹੁੰਦੇ ਆ। ਜਿਹੜੇ ਗੁਰਦੁਆਰਾ ਸਾਹਿਬ ਦੇ ਇੰਸਪੈਕਟਰ ਉੱਥੇ ਜਾ ਕੇ ਚੈੱਕ ਕਰਦੇ ਆ, ਹੈੱਡ ਗ੍ਰੰਥੀ ਜਾਂਦਾ ਹੈ। ਸੋ ਉਹ ਲੇਕਿਨ ਇਹਦੇ ਬਾਵਜੂਦ 267 ਸਰੂਪ ਚਲੇ ਗਏ, ਉਹ ਫਾਰਮ ਨਹੀਂ ਭਰੇ ਗਏ, ਕੋਈ ਰਿਕਾਰਡ ਨਹੀਂ ਹੈ ਉੱਥੇ। ਉਹ ਕਿਹੜੀ ਤਾਕਤ ਸੀ ਜਿਹੜੀ ਉੱਥੋਂ ਸਰੂਪ ਗਾਇਬ ਕਰ ਰਹੀ ਸੀਗੀ? ਤੇ ਇਹ ਜਿਹੜਾ ਉੱਥੇ ਸਿਸਟਮ ਸੀਗਾ, ਨਿਜ਼ਾਮ ਸੀਗਾ, ਉਹ ਚੁੱਪ ਕਰਕੇ ਬੈਠਾ ਸੀ, ਉਹ ਬੇਬਸ ਹੋਇਆ ਸੀ। ਉਸ ਤਾਕਤ ਦੀ ਘੋਖ ਕਰਨ ਦੀ ਲੋੜ ਹੈ, ਦੁਬਾਰਾ ਐਸੀ ਹਰਕਤ ਨਾ ਹੋਵੇ। ਤੇ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਉਸੇ ਮਹਾਰਾਜ ਦੇ ਸਰੂਪਾਂ ਦੀ ਬੇਅਦਬੀਆਂ ਹੋ ਰਹੀਆਂ। ਤੁਹਾਡੀ ਗੱਲ ਇਹਦੇ ਨਾਲ ਕਨੈਕਟ ਕਰਕੇ ਸਾਨੂੰ ਦੇਖਣ ਦੀ ਲੋੜ ਹੈ। ਜੀ ਉਹਦੇ ਵਿੱਚ ਕਈ ਥੈਂਕ ਯੂ ਵੈਰੀ ਮਚ ਡਾਕਟਰ ਸੋਤਾ, ਮੈਂ ਤੁਹਾਡੇ ਤੋਂ ਜਵਾਬ ਲੈਣਾ ਚਾਹਾਂਗਾ। ਕਈ ਡੇਰੇ ਵੀ ਇਨਵੋਲਵ ਸੀਗੇ ਉਹਦੇ ਵਿੱਚ। ਰਾਧਾ ਸਵਾਮੀਆਂ ਦਾ ਡੇਰਾ ਪ੍ਰਮੁੱਖ ਤੌਰ ਤੇ ਹਾਵੀ ਹੋਇਆ ਸੀ ਉਸ ਵੇਲੇ। ਓਕੇ, ਬਹੁਤ ਅਹਿਮ ਮਾਮਲਾ। ਮੈਂ ਕੋਈ ਗੱਲ ਨਹੀਂ, ਇਸ ਮਾਮਲੇ ਤੇ ਆਪਾਂ ਜ਼ਰੂਰ ਗਰੇਵਾਲ ਸਾਹਿਬ ਤੋਂ ਜਵਾਬ ਲਵਾਂਗੇ, ਪਰ ਪਹਿਲਾਂ ਡਾਕਟਰ ਸੋਤਾ ਇੰਤਜ਼ਾਰ ਕਰ ਰਿਹਾ। ਡਾਕਟਰ ਸੋਤਾ, ਤੁਹਾਡਾ ਕੀ ਵਿਊ ਪੁਆਇੰਟ ਹੈ ਇਸ ਮਾਮਲੇ ਨੂੰ ਲੈ ਕੇ? ਜਦੋਂ ਗਰੇਵਾਲ ਸਾਹਿਬ ਦਾ ਕਹਿਣਾ ਹੈ ਕਿ ਕੋਈ ਅੱਖੀ ਘੱਟਾ ਪਾਉਣ ਵਾਲੀ ਗੱਲ ਨਹੀਂ,
ਸਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਹਦੇ ਬਾਅਦ ਵੀ ਕੁਝ ਪੰਥਕ ਜਥੇਬੰਦੀਆਂ ਵੱਲੋਂ, ਧਿਰਾਂ ਵੱਲੋਂ ਇਹ ਜਿਹੜੀ ਪੀੜਾ ਹੈ ਉਠਾਈ ਜਾ ਰਹੀ ਹੈ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਜੀ ਪਹਿਲਾਂ ਤਾਂ ਅੱਖੀਂ ਘੱਟਾ ਨੂੰ ਮੈਂ ਜਿਹੜਾ ਕਲੀਅਰ ਕਰ ਦਵਾਂ, ਮੈਂ ਸੋਚ ਸਮਝ ਕੇ ਲਫ਼ਜ਼ ਯੂਜ਼ ਕੀਤਾ, ਕੋਈ ਇਸ ਤਰ੍ਹਾਂ ਆਪ ਮੁਹਾਰੇ ਨਹੀਂ ਮੂੰਹ ਚੋਂ ਨਿਕਲਿਆ। ਉਹਦਾ ਹੈਗਾ ਕਿ ਐਡਾ ਲੰਬਾ ਸਮਾਂ ਇਸ ਚੀਜ਼ ਨੂੰ ਦੱਬੀ ਰੱਖਿਆ ਔਰ 267 ਬੀੜਾਂ ਜਿਹੜੀਆਂ ਨੇ ਗੁਰੂ ਮਹਾਰਾਜ ਦੇ ਪਾਵਨ ਸਰੂਪ ਉਥੋਂ ਗਾਇਬ ਹੋ ਜਾਣੇ, ਉਹਦਾ ਦੂਸਰੇ ਕੰਨੋਂ ਕੰਨ ਖਬਰ ਨਾ ਹੋਣਾ, ਕੋਈ ਪੁੱਛ ਪੜਤਾਲ ਨਾ ਹੋਣਾ, ਕਿਸੇ ਦੀ ਅਕਾਊਂਟੇਬਿਲਟੀ ਫਿਕਸ ਨਾ ਹੋਣੀ, ਕਿਸੇ ਪਾਸੇ ਕੋਈ ਐਮਰਜੈਂਸੀ ਮੀਟਿੰਗ ਦਾ ਕਾਲ ਨਾ ਕੀਤੇ ਜਾਣਾ, ਉਸ ਵਾਸਤੇ ਜਿਸ ਨੂੰ ਅਸੀਂ ਗੁਰੂ ਰੂਪ ਮੰਨਦੇ ਹਾਂ, ਜਿਸ ਨੂੰ ਅਸੀਂ ਕਹਿੰਦੇ ਆ ਕਿ ਸਾਨੂੰ ਸਪਿਰਚੁਅਲ ਅਤੇ ਰਿਲੀਜੀਅਸ ਸੇਧ ਦੇਣ ਵਾਲੇ ਜਿਹੜਾ ਹੈਗਾ ਗੁਰੂ ਮਹਾਰਾਜ ਦੇ ਪਾਵਨ ਸਰੂਪ ਨੇ। ਸੋ ਐਡਾ ਲੰਬਾ ਸਮਾਂ ਬੀਤਣ ਤੋਂ ਬਾਅਦ ਇੰਨੀ ਵੱਡੀ ਗਿਣਤੀ ਦੇ ਵਿੱਚ ਸਰੂਪਾਂ ਦਾ ਗਾਇਬ ਹੋ ਜਾਣਾ, ਇਹ ਇੱਕ ਫਿੰਗਰ ਪੁਆਇੰਟ ਕਰਦਾ ਹੈ ਉਸ ਤੋਂ ਜ਼ਿੰਮੇਵਾਰੀ ਤੋਂ ਕਿਸੇ ਨੂੰ ਮੁਨੱਕਰ ਨਹੀਂ ਹੋਣਾ ਚਾਹੀਦਾ। ਮੈਂ ਇੱਕ ਗੁਰੂ ਦੇ ਸਿੱਖ ਹੋਣ ਦੇ ਨਾਤਿਓਂ, ਇੱਕ ਸੇਵਕ ਹੋਣ ਦੇ ਨਾਤਿਓਂ ਇਹ ਚੀਜ਼ ਮੈਂ ਫਿਰ ਸਵਾਲ ਸਿੱਧੂ ਸਾਹਿਬ ਤੁਹਾਡੇ ਰਾਹੀਂ ਕਰਦੀ ਹਾਂ ਕਿ ਕੀ ਅੱਜ ਜਿਹੜੇ ਜੋ ਸੇਵਾਦਾਰ ਨੇ ਉਹ ਸੇਵਾ ਨਿਭਾ ਰਹੇ ਨੇ? ਕਿ ਜਿੰਨੇ ਪ੍ਰਬੰਧਕ ਨੇ ਉਹ ਦਿਲੋਂ ਤਨੋਂ ਮਨੋਂ ਧਨੋਂ ਉਹ ਸਿੱਖ ਨੇ? ਅਗਰ ਸਿੱਖ ਨੇ ਤਾਂ ਕੀ ਉਹ ਗੁਰੂ ਦੇ ਦਿੱਤੇ ਆਦੇਸ਼ ਮੁਤਾਬਕ, ਸੰਦੇਸ਼ ਮੁਤਾਬਕ, ਸਿੱਖਿਆ ਮੁਤਾਬਕ ਚੱਲ ਰਿਹਾ ਹੈ? ਅਸੀਂ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਿ ਆਪਣਾ ਮੂਲ ਪਛਾਣਿਆ ਜਾ ਰਿਹਾ ਹੈ? ਅੱਜ ਦੁਨੀਆ ਭਰ ਵਿੱਚ ਬੈਠੇ ਨਾਨਕ ਨਾਮ ਲੇਵਾ ਸੰਗਤਾਂ, ਇੱਕ ਇੱਕ ਸਿੱਖ ਜਿਹੜਾ ਹੈਗਾ ਉਹ ਇਸ ਤੇ ਸਵਾਲ ਚੁੱਕਣ ਲਈ ਮਜਬੂਰ ਨਹੀਂ, ਹੱਕਦਾਰ ਹੈ। ਜਿਨ੍ਹਾਂ ਨੂੰ ਤੁਸੀਂ ਇਸ ਸੰਸਥਾ ਦਾ ਸੰਭਾਲਿਆ ਹੈ, ਕਾਰਜ ਭਾਗ ਸੰਭਾਲਿਆ ਹੈ, ਉਹ ਆਪ ਕਹਿੰਦੇ ਹਨ ਕਿ ਅਸੀਂ ਅਹੁਦੇਦਾਰ ਹਾਂ, ਅਸੀਂ ਮੈਂਬਰ ਹਾਂ, ਅਸੀਂ ਪ੍ਰਬੰਧਕ ਹਾਂ। ਕਿ ਉਹਨਾਂ ਨੂੰ ਸਵਾਲ ਕੀਤੇ ਬਿਨਾ ਕਿਸੇ ਹੋਰ ਬੰਦੇ ਨੂੰ ਸਵਾਲ ਕੀਤਾ ਜਾ ਸਕਦਾ ਜਾਂ ਕਿਸੇ ਹੋਰ ਦੀ ਅਕਾਊਂਟੇਬਿਲਟੀ ਫਿਕਸ ਹੋ ਸਕਦੀ ਹੈ? ਇਸ ਕਰਕੇ ਬੈਟਰ ਹੈ ਕਿ ਆਪਣੇ ਆਪ ਨੂੰ ਬਿਲਕੁਲ ਮੰਨ ਲੈਣਾ ਚਾਹੀਦਾ ਕਿ ਇਹ ਬਿਲਕੁਲ ਇਹ ਜਾਣ ਬੁੱਝ ਕੇ ਸਾਜ਼ਿਸ਼ ਅਧੀਨ ਇਸ ਨੂੰ ਅੰਡਰ ਦਾ ਕਾਰਪਟ ਰੱਖਿਆ ਗਿਆ। ਜੇ ਨਾ ਰੱਖਿਆ ਹੁੰਦਾ ਤਾਂ ਅੱਜ ਹਾਹਾਕਾਰ ਮਚਣ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਹੈ, ਉਹ ਤੋਂ ਪਹਿਲਾਂ ਸਾਹਮਣੇ ਹੀ ਨਹੀਂ ਆਈ। ਤੁਸੀਂ ਕਿਸੇ ਲੇਮੈਨ ਨੂੰ ਵੀ ਪੁੱਛ ਲਓ, ਉਹ ਵੀ ਕਹੇਗਾ ਕਿ ਇਹ ਕੀ ਹੈ, ਇਹ ਕੀ ਪ੍ਰਬੰਧ ਹੈ, ਇਹ ਕੀ ਕਨਸਟੀਟਿਊਸ਼ਨ ਹੈ, ਇਹ ਕੀ ਸੰਸਥਾ ਹੈ। ਇਹਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਕਮੇਟੀ 'ਚ ਪ੍ਰੋਬਲਮ ਨਹੀਂ, ਪ੍ਰੋਬਲਮ ਹੈ ਉਸ ਨੂੰ ਉੱਪਰ ਜਿਹੜਾ ਕੁੰਡਾ ਹੈ ਜਿਹਦੇ ਨਾਲ ਕਮੇਟੀ ਬੰਨੀ ਹੋਈ ਹੈ, ਜਿਸ ਤੇ ਆਦੇਸ਼ ਸੰਦੇਸ਼, ਜਿਹਤੇ ਹੁਕਮ ਬਿਨਾ ਮੂੰਹ ਜਿਹੜਾ ਬੰਦ ਰਹਿੰਦਾ ਹੈ, ਮੂੰਹ ਨਹੀਂ ਖੁੱਲਦਾ, ਜਿਹੜਾ ਖੁੱਲਦਾ ਹੈ ਉਹਦੀ ਬਦਲੀ ਤੇ ਉਹਦਾ ਤਬਾਦਲਾ ਤਾਂ ਉਹਦੀ ਡਿਸਮਿਸਲ, ਸਸਪੈਂਸ਼ਨ ਹੋ ਜਾਂਦੀ ਹੈ। ਇਹ ਇੱਕ ਸੁਭਾਵਕ ਸਵਾਲ ਨੇ ਜਿਨ੍ਹਾਂ ਦਾ ਸਵਾਲ ਇਸ ਮਾਧਿਅਮ ਰਾਹੀਂ ਔਰ ਇਹਨਾਂ ਜਿਹੜੇ ਵੀ ਮੇਰੇ ਵੀਰ ਜ਼ਿੰਮੇਵਾਰ ਨੇ ਉਹ ਤੋਂ ਮੰਗਣਾ ਸਾਡਾ ਹੱਕ ਹੈ, ਇਹਨਾਂ ਦੀ ਜ਼ਿੰਮੇਵਾਰੀ ਹੈ। ਇਸ ਤੋਂ ਭਾਵਕ ਹੋਣਾ, ਭੜਕਣਾ, ਕਹਿਣਾ ਕਿਉਂ ਪੁੱਛਿਆ, ਆਈ ਥਿੰਕ ਇਹ ਨਹੀਂ ਚਾਹੀਦਾ। ਮਿਹਰਬਾਨੀ ਜੀ। ਡਾਕਟਰ ਸੋਤਾ ਤੁਹਾਡੀ ਗੱਲ ਆ ਗਈ। ਗਰੇਵਾਲ ਜੀ ਤੁਸੀਂ ਅਮਰਿੰਦਰ ਜੀ ਦੇ ਕਮੈਂਟਸ ਵੀ ਸੁਣਿਆ, ਡਾਕਟਰ ਸੋਤਾ ਨੇ ਵੀ ਸੁਣਿਆ। ਇੱਕ ਸਵਾਲ ਜਿਹੜਾ ਅਮਰਿੰਦਰ ਹੋਣਾ ਨੇ ਵੀ ਕੀਤਾ, ਉਹਨਾਂ ਨੇ ਕਿਹਾ ਵੀ ਉਹ ਸਮਾਂ ਸੀ, ਉਹ ਦਿਨ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਔਰ ਬੜਾ ਭਾਰੂ ਸੀ ਇਹ ਮਾਮਲਾ। ਉਦੋਂ ਬਾਅਦ 'ਚ ਜਿਹੜੀ ਇੱਦਾਂ ਦੀ ਮੰਦਭਾਗੀ ਘਟਨਾ ਵਾਪਰਦੀ ਹੈ, ਇਹਨਾਂ ਨੇ ਕਿਹਾ ਵੀ ਕਿਤੇ ਕੜੀਆਂ ਜਾ ਕੇ ਉੱਥੇ ਤਾਂ ਨਹੀਂ ਜੁੜਦੀਆਂ। ਡਾਕਟਰ ਸੋਤਾ ਦਾ ਵੀ ਕਹਿਣਾ ਕਿ ਵੀ ਬਹੁਤ ਵੱਡਾ ਮਾਮਲਾ ਹੈ, ਇਸ ਮਾਮਲੇ ਤੇ ਸਵਾਲ ਤਾਂ ਜਿਹੜੇ ਸੱਤਾ ਤੇ ਬੈਠੇ ਅਸਲ ਜ਼ਿੰਮੇਵਾਰੀ ਨਿਭਾ ਰਹੇ ਉਹਨਾਂ ਨੂੰ ਪੁੱਛੇ ਜਾਣਗੇ। ਗਰੇਵਾਲ ਸਾਹਿਬ ਇੱਕ ਸਵਾਲ ਮੈਂ ਆਪਣੇ ਵੱਲੋਂ ਐਡ ਕਰਨਾ ਚਾਹੁੰਦਾ ਹਾਂ, ਕੋਈ ਰਾਜਨੀਤਿਕ ਤੌਰ ਤੇ ਨਹੀਂ, ਦਰਸ਼ਕਾਂ ਦੇ ਲਈ ਵੀ ਤੇ ਮੈਂ ਆਪਣੀ ਜਾਣਕਾਰੀ ਦੇ ਲਈ ਵੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੇਖੋ ਜਨਰਲ ਹਾਊਸ ਹੁੰਦਾ ਹੈ, ਸਾਲਾਨਾ ਜਨਰਲ ਹਾਊਸ ਹੁੰਦੇ ਆ, ਬੀਗੇ ਜਰਨਲਿਸਟ ਮੈਂ ਵੀ ਕਈ ਵਾਰੀ ਕਵਰ ਕੀਤੇ ਆ ਜਨਰਲ ਹਾਊਸ ਆ। ਉਹ ਜਨਰਲ ਹਾਊਸ ਦੇ ਵਿੱਚ ਇਸ ਸਮੇਂ ਦੇ ਦੌਰਾਨ ਘੱਟੋ ਘੱਟ 4 ਜਾਂ 5 ਜਨਰਲ ਹਾਊਸ ਲੰਘੇ ਹੋਣਗੇ। 267 ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਹੈ ਉਹਨਾਂ ਦੇ ਲਾਪਤਾ ਹੋਣ ਦਾ ਮਾਮਲਾ, ਐਡਾ ਵੱਡਾ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਗਰੇਵਾਲ ਸਾਹਿਬ ਕਾਹਦੇ ਲਈ ਹੈ? ਜੇ ਮਾਮਲਾ ਉਹਦੇ ਚ ਆਇਆ ਹੀ ਨਹੀਂ, ਜੇ ਆਇਆ ਤਾਂ ਕਾਈਂਡਲੀ ਸਾਡੇ ਨਾਲ ਸ਼ੇਅਰ ਜ਼ਰੂਰ ਕਰੋ। ਬੜੀ ਵੱਡੀ ਗੱਲ ਹੈ, ਆਪਾਂ ਚੁਣ ਕੇ ਆਉਂਦੇ ਆ, ਨੁਮਾਇੰਦਗੀ ਕਰਦੇ ਆ ਕਿ ਇਹ ਮਾਮਲਾ ਜਨਰਲ ਹਾਊਸ ਦੇ ਚ ਉੱਠਿਆ ਕਦੇ ਗਰੇਵਾਲ ਸਾਹਿਬ?
ਆਪਣੇ ਦੂਜੇ ਤੁਸੀਂ ਮਹਿਮਾਨਾਂ ਦੇ ਕਮੈਂਟਸ ਵੀ ਜ਼ਰੂਰ ਜਵਾਬ ਦਿਓ। ਪਰ ਇੱਕ ਸਵਾਲ ਹੈ ਮੇਰੇ ਮਨ 'ਚ ਵੀ ਹੈ ਜਿਹੜਾ ਮੈਂ ਦਰਸ਼ਕਾਂ ਦੇ ਲਈ ਜਾਣਨਾ ਚਾਹਾਂਗਾ। ਗਰੇਵਾਲ ਜੀ। ਸਿੱਧੂ ਸਾਹਿਬ, ਮੈਂ ਤੁਹਾਡਾ ਬਹੁਤ ਅੱਛਾ ਸਵਾਲ ਆ। ਮੈਂ ਪਹਿਲਾਂ ਬੜੇ ਬਹੁਤ ਸਤਿਕਾਰਯੋਗ ਡਾਕਟਰ ਸੋਤਾ ਜੀ ਨੇ ਜ਼ਿਕਰ ਕੀਤਾ, ਪਰ ਮੈਨੂੰ ਇਦਾਂ ਲੱਗਦਾ ਕਿ ਮੇਰੀ ਆਵਾਜ਼ ਤਾਂ ਜ਼ਰੂਰ ਪਹੁੰਚੀ ਹੋਣੀ ਹੈ। ਜਿਹੜੀ ਮੈਂ ਇੱਕ ਵਾਰ ਨਹੀਂ ਕਈ ਵਾਰ ਗੱਲ ਕੀਤੀ ਹੈ, ਸਟਾਰਟਿੰਗ 'ਚ ਵੀ ਇਹ ਗੱਲ ਕੀਤੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੰਸਥਾ, ਉਹ ਜਵਾਬਦੇਹ ਆ। ਕਦੇ ਨਹੀਂ ਮੈਂ ਤੁਹਾਡੇ ਰੂਟੀਨ ਵਿੱਚ ਨਹੀਂ ਕਿਹਾ ਜਾਂ ਮੇਰੇ ਤੋਂ ਬਗੈਰ ਵੀ ਕਿਸੇ ਨੇ ਨਹੀਂ ਕਿਹਾ ਕਿ ਸਾਨੂੰ ਸਵਾਲ ਨਾ ਪੁੱਛਿਆ ਜਾਵੇ। ਸਵਾਲ ਪੁੱਛਿਆ ਜਾਵੇ, ਸਵਾਲ ਪ੍ਰਬੰਧਕ ਨੂੰ ਪੁੱਛਿਆ ਜਾਣਾ। ਬਿਲਕੁਲ ਇਸ ਗੱਲ ਦਾ ਮੈਂ ਬੇਨਤੀ ਇਹ ਕਰਦਾ ਕਿ ਜਿਹੜੀ ਗੱਲ ਮੈਂ ਤੁਹਾਡੇ ਨਾਲ ਬੈਠ ਕੇ ਸਹਿਮਤ ਹਾਂ, ਉਸ ਗੱਲ 'ਤੇ ਤਾਂ ਜ਼ਰੂਰ ਥੋੜ੍ਹਾ ਜਿਹਾ ਖਿਆਲ ਰੱਖਿਆ ਜਾਵੇ। ਤਾਂ ਮੈਂ ਬੜਾ ਸਤਿਕਾਰ ਕਰਦਾ, ਬੜੇ ਨਾਮਵਰ ਨੇ ਡਾਕਟਰ ਸੋਤਾ ਜੀ। ਹੁਣ ਜਿਹੜੀ ਗੱਲ ਤੁਸੀਂ ਕੀਤੀ ਆ, ਜੀ ਦੇਖੋ, ਮੈਨੂੰ ਲੱਗਦਾ ਮੈਂ ਇੱਥੇ ਬੈਠਾ ਇੰਨਾ ਕੁ ਤਾਂ ਆਪਦੇ ਦਿਲ 'ਤੇ ਹੱਥ ਰੱਖ ਕੇ ਦਾਅਵਾ ਕਰ ਸਕਦਾ ਹਾਂ। ਇਹ ਚਲੋ ਰਾਜਨੀਤੀ ਦੇ ਵਿੱਚ ਆਪਾਂ ਉਹ ਦੂਸ਼ਣਬਾਜ਼ੀ ਲਾ ਦਿੰਦੇ ਹਾਂ, ਆਪਾਂ ਕਹਿ ਸਕਦੇ ਹਾਂ ਕਿਸੇ ਦਾ ਉਹ ਅਸਰ ਆ, ਕਿਸੇ ਦਾ ਨਹੀਂ ਅਸਰ ਆ। ਇਹ ਤਾਂ ਚਲੋ ਜਿੱਥੇ ਮੈਂ ਬੈਠਾ ਮੈਨੂੰ ਦਿਖਾਈ ਦੇ ਰਿਹਾ ਵੀ ਕਿਹਦਾ ਕਿੰਨਾ ਅਸਰ ਆ, ਕਿੰਨਾ ਨਹੀਂ। ਉਹ ਬਹੁਤ ਉਦੋਂ ਲੰਬਾ ਚੌੜਾ ਜਾਵਾਂਗੇ ਤੇ ਉਹਦਾ ਬਹੁਤ ਬਹਿਸ ਦਾ ਵੱਡਾ ਵਿਸ਼ਾ ਬਣ ਜਾਏਗਾ। ਪਰ ਕੀ ਮੈਨੂੰ ਤੁਸੀਂ ਇਹ ਸੋਚ ਸਕਦੇ ਹੋ ਵੀ ਕੋਈ ਸਿੱਖ, ਮੈਂ ਕਹਿੰਦਾ ਕਿਸੇ ਵੀ ਰਾਜਨੀਤੀ ਪਾਰਟੀ 'ਚ ਕਿਉਂ ਨਾ ਹੋਵੇ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਮਸਲੇ ਨੂੰ ਦਬਾਉਣ ਦੇ ਵਿੱਚ ਕੋਈ ਫਾਇਦਾ ਹੁੰਦਾ ਦਿਖਾਈ ਦਿੰਦਾ ਹੋ? ਮੈਂ ਇੱਥੇ ਇਹ ਗੱਲ ਕਹਿ ਦਿਆਂ ਵੀ ਕੋਈ ਸਿਆਸੀ ਬੰਦਾ ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਉਹ ਲਾਪਤਾ ਹੋ ਗਏ ਆ, ਉਹਨਾਂ ਨੂੰ ਦਬਾਉਣ ਦੇ ਲਈ ਕੋਈ ਚਾਰਾਜੋਈ ਕਰੇਗਾ, ਉਹਨੂੰ ਕੀ ਫਾਇਦਾ ਇਸ ਗੱਲ ਦਾ? ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਅਧਿਕਾਰੀ, ਮੇਰੀ ਬੇਨਤੀ ਪੂਰੀ ਸੁਣ ਲਓ, ਮੇਰੀ ਬੇਨਤੀ ਪੂਰੀ ਸੁਣ ਲਓ। ਮੈਂ ਇਹ ਗੱਲ ਕਰਦਾ ਕਿ ਇਹ ਮਾਮਲਾ ਤਾਂ ਉਦੋਂ ਆਇਆ ਜਿਹੜੇ ਅਧਿਕਾਰੀਆਂ ਨੇ ਜਿਹੜੀ ਹੁਣ ਪੜਤਾਲ ਹੋਣੀ ਆ, ਉਹ ਇਹੀ ਗੱਲ ਹੋਣੀ ਆ ਨਾ ਜੀ। ਜੇ ਇਹ ਮਾਮਲਾ ਇੰਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਤੇ ਵੀ ਆਇਆ ਹੁੰਦਾ ਤੇ ਕੀ ਇੱਥੇ ਇੰਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਆ, ਉਹ ਇੰਨੀ ਮਰੀ ਹੋਈ ਜ਼ਮੀਰ ਦੇ ਨਹੀਂ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਸਾਰੇ ਸਿੱਖ ਆ, ਗੁਰੂ ਤੋਂ ਅਸੀਂ ਬਖਸ਼ਿਸ਼ ਪ੍ਰਾਪਤ ਕਰਦੇ ਹਾਂ, ਗੁਰੂ ਨੂੰ ਸਿਰ ਨਿਵਾਉਂਦੇ ਹਾਂ। ਇੰਨੇ ਕੁ ਮਾੜੇ ਨਾ ਸਮਝੋ ਸਾਰਿਆਂ ਨੂੰ ਕਿ ਕਿਸੇ ਨੇ ਮਸਲਾ ਨਹੀਂ ਉਠਾਇਆ। ਇਹ ਮਸਲਾ ਜਗਜਾਰ ਹੁਣ ਹੋਇਆ ਜਦੋਂ ਕਮਲਜੀਤ ਸਿੰਘ ਰਿਟਾਇਰ ਹੋ ਰਿਹਾ, ਤੇ ਉਦੋਂ ਤੋਂ ਜਦੋਂ ਹਿਸਾਬ ਮੰਗਿਆ ਗਿਆ, ਉਹਨਾਂ ਨੇ ਤਾਂ ਇਹ ਗੱਲ ਕੀਤੀ ਹੈ, ਤਾਂ ਇਹ ਗੱਲ ਸਾਡੇ ਸਾਹਮਣੇ ਆਈ ਹੈ। ਹੋ ਸਕਦਾ ਕੁਛ 2-4 ਅਧਿਕਾਰੀਆਂ ਦੇ ਜਾਣਕਾਰੀ 'ਚ ਹੋਵੇ। ਉਹ ਜਿਹੜੇ ਲੋਕ ਨੇ ਉਹਨਾਂ ਨੂੰ ਗੁਰੂ ਨੇ ਵੀ ਨਹੀਂ ਬਖਸ਼ਣਾ, ਉਹਨਾਂ ਨੂੰ ਪੰਥ ਨੇ ਵੀ ਨਹੀਂ ਬਖਸ਼ਣਾ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਨਹੀਂ ਬਖਸ਼ਣਾ, ਉਹਨਾਂ ਨੂੰ ਜਿਹੜੀ 48 ਕਮੇਟੀ ਆ ਉਹਨਾਂ ਨੇ ਜਗ-ਜ਼ਾਹਰ ਕਰਨਾ। ਸੋ ਮੈਂ ਤਾਂ ਇਹ ਗੱਲ ਕਰਦਾ। ਦੂਜੀ ਗੱਲ ਆਪਾਂ ਗੱਲ ਹੁਣ ਤਾਂ ਸਵਾਲ ਆਪਾਂ ਜੀ, ਮੈਂ ਹੁਣ ਤਾਂ ਸਵਾਲ ਲੈ ਸਕਦਾ। ਗਰੇਵਾਲ ਸਾਹਿਬ ਪਲੀਜ਼ ਤੁਸੀਂ ਆਪਣੀ ਗੱਲ ਵੀ ਕਰਿਓ, ਮੈਂ ਸਵਾਲ ਵੀ ਜ਼ਰੂਰ ਲੈਣਾ ਚਾਹਾਂਗਾ। ਬਿਲਕੁਲ ਤੁਸੀਂ ਕਹਿ ਰਹੇ ਹੋ ਕਿ ਕੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਆ ਉਹ ਇੰਨੀ ਗਰੀਬੀ ਜ਼ਮੀਰ ਵਾਲੇ ਨਹੀਂ ਹੋ ਸਕਦੇ ਕਿ ਇਸ ਮਾਮਲੇ ਦੇ ਉੱਤੇ ਤਾਂ ਅੱਖਾਂ ਬੰਦ ਕਰਕੇ ਬੈਠਣਗੇ। ਪਰ ਸਵਾਲ ਇਹ ਹੈ ਕਿ ਜਿਹੜੇ ਪ੍ਰਬੰਧਕ ਹੈਗੇ ਆ, ਚਾਹੇ ਪ੍ਰਧਾਨ ਆ, ਜਿੱਦਾਂ ਅਮਰਿੰਦਰ ਜੀ ਨੇ ਕਿਹਾ, ਦੂਜੇ ਅਹੁਦੇਦਾਰ ਹੈ, 5 ਸਾਲਾਂ ਦੇ ਦੌਰਾਨ ਐਡੀ ਵੱਡੀ ਮੰਦਭਾਗੀ ਘਟਨਾ ਵਾਪਰੀ। ਸਰੂਪ ਜਦੋਂ ਆਪਾਂ 1 ਜਾਂ 2 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ਤੇ ਆਏ, ਸਾਰੀ ਗੱਲ ਆਈ, ਕਿੰਨੀ ਵੱਡੀ ਹਾਹਾਕਾਰ ਮੱਚੀ। ਅੱਜ ਤੱਕ ਸਿੱਖਾਂ ਦੇ ਹਿਰਦੇ ਰੂੰਦ ਰਹੇ ਹੈ, ਜਾਂਚ ਚੱਲ ਰਹੀ ਹੈ, ਬੜਾ ਕੁਝ ਉਹਦੇ ਤੇ ਹੋ ਰਿਹਾ ਹੈ। 267 ਸਰੂਪਾਂ ਦੇ ਮਾਮਲੇ 'ਚ ਆਖਿਰਕਾਰ ਉਹ ਗਏ ਕਿੱਧਰ? ਇਹਦੀ ਕਿਤੇ ਜ਼ਿੰਮੇਵਾਰੀ ਜਿਹੜੀ ਹੈਗੀ ਆਖਿਰਕਾਰ ਇਹਦੇ ਤੇ ਮੈਂ ਨਹੀਂ ਕਹਿੰਦਾ ਕਿ ਕਿਸੇ ਨੇ ਕੋਈ ਜਾਣ ਕੇ ਬੇਈਮਾਨੀ ਨਾ ਕੀਤਾ, ਪਰ ਇਹ ਵੀ ਜਿੱਥੇ ਕਿਤੇ ਜ਼ਿੰਮੇਵਾਰੀ ਤਾਂ ਬਣਦੀ ਹੈ। ਜੇ ਜ਼ਿੰਮੇਵਾਰੀ ਬਣਦੀ ਹੈ ਤਾਂ ਫਿਰ ਉਹਦੇ ਲਈ ਸਜ਼ਾ ਵੀ 267 ਸਰੂਪਾਂ ਦੇ ਬਾਰੇ 'ਚ ਕਿ ਤੁਸੀਂ ਜਿਹੜਾ 5 ਸਾਲ ਤੱਕ ਪਤਾ ਹੀ ਨਾ ਹੋਵੇ। ਜਦੋਂ ਆਪਾਂ ਜਨ ਹਾਊਸ ਦੀ ਗੱਲ ਕਰਦੇ ਹਾਂ, ਦੇਖੋ ਉੱਥੇ ਮੈਂ ਜਨ ਹਾਊਸ ਦਾ ਹਿੱਸਾ ਨਹੀਂ ਹੈ, ਪਰ ਉਹਦੇ 'ਚ ਹਰ ਮਾਮਲਾ ਆਉਂਦਾ ਹੈ ਕਿਸੇ ਨਾ ਕਿਸੇ ਪੱਧਰ ਉੱਤੇ। ਇਹਦਾ ਮਾਮਲਾ ਜਿਹੜੀ ਜਾਂਚਾਂ ਹੋਈਆਂ ਜਾਂ ਕਿਤੇ ਰਿਪੋਰਟ ਆਉਂਦੀ ਹੈ, ਜਾਣਕਾਰੀ ਦਿੱਤੀ ਜਾਂਦੀ ਹੈ, ਇਹੋ ਜਿਹੀਆਂ ਗੱਲਾਂ ਕਦੇ ਜਨ ਹਾਊਸ ਦੇ 'ਚ ਆਉਂਦੀਆਂ ਹੀ ਨਹੀਂ ਕਿ ਸਾਡੇ ਪ੍ਰਬੰਧਾਂ 'ਚ ਕਿੱਥੇ ਖਾਮੀ ਹੈ। ਗਰੇਵਾਲ ਸਾਹਿਬ ਗੱਲ ਪ੍ਰਬੰਧਾਂ 'ਚ ਖਾਮੀ ਦੀ ਲੈ ਕੇ ਕਰ ਰਹੇ ਹਾਂ। ਇਹਦੇ 'ਚ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਦੋਸ਼ੀ ਗੱਲ ਤਾਂ ਬਾਅਦ, ਜਿਵੇਂ ਤੁਸੀਂ ਕਹਿ ਰਹੇ ਹੋ, ਸਜ਼ਾ ਤੋਂ ਬਾਅਦ ਸਾਹਮਣੇ ਆਉਣਗੇ। ਪ੍ਰਬੰਧਾਂ 'ਚ ਬਹੁਤ ਵੱਡੀ ਕਤਾਹੀ ਦਾ ਮੁੱਦਾ ਤਾਂ ਸਾਹਮਣੇ ਆਇਆ ਹੀ ਨਾ, ਜਿਹਦੇ ਕਰਕੇ ਟਾਰਗੇਟ ਬਣ ਰਹੀ ਹੈ ਐਸਜੀਪੀਸੀ। ਜੀ ਗਰੇਵਾਲ ਜੀ। ਮੈਂ ਸਿੱਧੂ ਸਾਹਿਬ ਉਹੀ ਗੱਲ ਕਰ ਰਿਹਾ ਕਿ ਜਦੋਂ ਇਹ ਗੱਲ ਸਾਹਮਣੇ ਆਈ ਹੈ, ਅੱਜ ਸਾਹਮਣੇ ਆਉਣ ਤੋਂ ਬਾਅਦ ਜੇ ਕੋਈ ਜਾਣਕਾਰੀ ਹੋਏਗੀ, ਹੋ ਸਕਦਾ 1 ਜਾਂ 2 ਬੰਦਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇ, ਪਰ ਮੈਂ ਤਾਂ ਇਹ ਗੱਲ ਕਰਦਾ ਕਿ ਤੁਸੀਂ ਜਿਵੇਂ ਜ਼ਿਕਰ ਕੀਤਾ ਨਾ ਜੀ ਕਿਸੇ ਨੇ ਮਾੜੀ ਮਨਸ਼ਾ ਨਾਲ, ਮੈਂ ਕਹਿੰਦਾ ਵੀ ਮਾੜੀ ਮਨਸ਼ਾ ਵੀ ਹੋ ਸਕਦੀ ਆ। ਅਮਰਿੰਦਰ ਹੋਣਾ ਨੇ ਜਿਹੜਾ ਜ਼ਿਕਰ ਕੀਤਾ ਕਿ ਉਸ ਸਮੇਂ ਇਸ ਦੀਆਂ ਘਟਨਾਵਾਂ ਵਾਪਰੀਆਂ, ਅਸੀਂ ਇਸ ਗੱਲ ਤੋਂ ਬਿਲਕੁਲ ਮੁੱਕਰਦੇ ਨਹੀਂ ਗਏ, ਕਿਉਂਕਿ ਜਿੰਨੀ ਦੇਰ ਜਾਂਚ ਨਹੀਂ ਹੁੰਦੀ ਉਸ ਗੱਲ ਲਈ ਇੱਕ ਨੁਕਾਤੀ ਪੁਰਾਮ ਨਹੀਂ ਕਹਿ ਸਕਦੇ ਕਿ ਇਕੱਲੀ ਅਣਗਹਿਲੀ ਆ ਜਾਂ ਕੋਈ ਸਾਜ਼ਿਸ਼ ਆ ਜਾਂ ਇਹਦੇ ਪਿੱਛੇ ਕੋਈ ਹੇਰਾਫੇਰੀ, ਕੁਝ ਵੀ ਹੋ ਸਕਦਾ। ਕਿਉਂਕਿ ਅੱਜ ਅਸੀਂ ਕਿਸੇ ਨੂੰ ਇਸ ਗੱਲ ਲਈ ਬਰੀ ਨਹੀਂ ਕਰਨਾ ਚਾਹੁੰਦੇ, ਪਰ ਮੈਂ ਤਾਂ ਜਾਣਕਾਰੀ ਦੇਣੀ ਚਾਹੁੰਦਾ ਕਿ ਇਹ ਮਾਮਲਾ ਸਾਹਮਣੇ ਅੱਜ ਆਇਆ। ਮੈਂ ਡਾਕਟਰ ਸੋਤਾ ਜੀ ਨੂੰ ਇਹ ਜਾਣਕਾਰੀ ਦਿੰਦਾ
ਇਹ ਬੜੇ ਵੱਡੇ ਪ੍ਰਬੰਧਕ ਵੀ ਨੇ, ਬੜੇ ਸੰਸਥਾਵਾਂ 'ਚ ਇਹਨਾਂ ਨੇ ਕੰਮ ਵੀ ਕੀਤਾ। ਆਪਾਂ ਜਿਹੜੀਆਂ ਸੰਸਥਾਵਾਂ ਵਾ ਉਹਦੇ ਵਿੱਚ ਪ੍ਰਬੰਧਕ ਦੇ ਪ੍ਰਬੰਧ ਦੇ ਵਿੱਚ ਆਪਾਂ ਮੁਲਾਜ਼ਮ ਰੱਖਦੇ ਆ। ਉਹ ਮੁਲਾਜ਼ਮ ਆਪਣੇ 'ਚੋਂ ਹੀ ਹੁੰਦੇ ਆ, ਕੋਈ ਬਾਹਰਲੀ ਦੁਨੀਆ 'ਚੋਂ ਤਾਂ ਲੈ ਕੇ ਨਹੀਂ ਆਉਂਦੇ। ਉਹ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਆਪਣੇ ਵਿੱਚੋਂ ਹੀ ਨੇ। ਮੁਲਾਜ਼ਮ ਤਾਂ ਰੱਖਣਾ ਪਏਗਾ। ਹੁਣ ਉਹਦੀ ਡਿਊਟੀ ਆ ਜਿਹੜੀ ਇਹ CGL ਜਿਹੜਾ ਬੰਦਾ ਹੈ ਸਰ ਗਰੇਵਾਲ ਸਾਹਿਬ ਗੱਲ ਪੂਰੀ ਸੁਣੋ। CGL ਜਿਹੜਾ ਕਮਲਜੀਤ ਸਿੰਘ ਆ ਇਹਦੇ ਕੋਲ ਹੀ ਸਿਰਫ ਗਿਣਤੀ ਆ ਵੀ ਕਿੰਨੇ ਸਰੂਪ ਜਿਹੜੇ ਆ ਉਹ ਤਿਆਰ ਹੋ ਕੇ ਆ ਗਏ ਨੇ ਤੇ ਕਿੰਨੇ ਸਰੂਪ ਗਏ ਨੇ, ਕਿੱਥੇ ਗਏ ਨੇ, ਉਹਦੀਆਂ ਰਸੀਦਾਂ ਦਾ ਜਿਹੜਾ ਲੇਖਾ ਜੋਖਾ ਲੇਜ਼ਰ ਵਿੱਚ ਇੰਦਰਾਜ ਕਰਨਾ ਉਹ ਕਮਲਜੀਤ ਸਿੰਘ ਕਰਦਾ। ਉਦੋਂ ਉੱਤੇ ਅਧਿਕਾਰੀ ਵੀ ਹੋ ਸਕਦੇ ਆ, ਮੈਂ ਇਹ ਨਹੀਂ ਗੱਲ ਕਰਦਾ। ਅੱਜ ਜਦੋਂ ਰਿਟਾਇਰ ਹੋ ਰਿਹਾ ਤਾਂ ਇਹ ਗੱਲ ਸਾਡੇ ਸਾਹਮਣੇ ਅੱਜ ਆਈ ਕਰਕੇ ਅਸੀਂ ਇਹ ਗੱਲ ਚੁੱਕ ਰਹੇ ਹਾਂ। ਜੀ ਉਹ ਇਹ ਅਸੀਂ ਨਹੀਂ ਬਿਲਕੁਲ ਛੋਟਾ ਜਿਹਾ ਜਵਾਬ ਆਉਂਦੀ ਤੇ ਨਾ ਚੁੱਕੀ ਜਾਂਦੀ। ਜੀ ਗਰੇਵਾਲ ਜੀ ਇੱਕ ਛੋਟਾ ਜਿਹਾ ਜਿਹੜਾ ਪਰ ਅਹਿਮ ਸਵਾਲ ਹੈ ਮੈਂ ਲੈਣਾ ਚਾਹਾਂਗਾ। ਅੰਮ੍ਰਿਤਸਰ ਦੇ ਚਾਹੇ ਕਾਂਗਰਸ ਨਾਲ ਸੰਬੰਧਿਤ ਨੇ ਪਾਰਲੀਮੈਂਟ ਮੈਂਬਰ ਮਿਸਟਰ ਔਜਲਾ, ਉਹਨਾਂ ਦਾ ਕਹਿਣਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਾਈ ਜਾਵੇ। SGPC ਦਾ ਕਿਉਂਕਿ ਇਹਦੇ 'ਚ ਇੱਕ ਧਿਰਾ ਹੈ, ਇਸ ਕਰਕੇ ਜਿਹੜੀ ਨਿਰਪੱਖ ਜਾਂਚ ਨਹੀਂ ਹੋਏਗੀ। ਇਸ ਮੁੱਦੇ ਤੇ ਮੈਂ ਕਮੈਂਟ ਜ਼ਰੂਰ ਲੈਣਾ ਚਾਹਾਂਗਾ, ਪਰ ਮੈਂ ਅੱਗੇ ਵੀ ਮਹਿਮਾਨਾਂ ਦੇ ਕਮੈਂਟਸ ਲੈਣੇ ਆ ਸੰਖੇਪ ਦੇ ਵਿੱਚ। ਗਰੇਵਾਲ ਜੀ ਮੈਂ ਸਟਾਰਟਿੰਗ 'ਚ ਇਹ ਗੱਲ ਕਹਿਤੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਮਲਾ, ਅਸੀਂ ਜਿਹੜਾ ਵੀ ਕੋਈ ਸੁੱਚੇ ਮਨ ਨਾਲ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਸਤਿਕਾਰ ਰੱਖਦੇ ਹਾਂ, ਕੋਈ ਵੀ ਭਾਵਨਾ ਪ੍ਰਗਟ ਕਰਦਾ, ਬਿਲਕੁਲ ਕੋਈ ਇਤਰਾਜ਼ ਨਹੀਂ। ਹੁਣ ਵੀ ਅਸੀਂ ਇਸੇ ਕਰਕੇ ਦੇਖੋ, ਇਹ ਕੋਈ ਛੋਟੀ ਗੱਲ ਨਹੀਂ ਗੀ। ਮੈਨੂੰ ਮੇਰੀ ਜਾਣਕਾਰੀ ਆ, ਅਮਰਿੰਦਰ ਜੀ ਵੱਧ ਜਾਣਦੇ ਹੋਣੇ ਆ ਵੀ ਅੱਜ ਤੱਕ ਦੇ ਜਿਹੜੇ ਫੈਸਲੇ ਕੋਈ ਜਾਂਚਾਂ ਦੇ ਬਾਰੇ ਹੋਏ ਆ, ਮੈਨੂੰ ਲੱਗਦਾ ਇਹ ਪਹਿਲਾ ਫੈਸਲਾ ਹੋਇਆ ਕਿ ਜਾਂਚ ਜਿਹੜੀ ਆ ਸ਼੍ਰੋਮਣੀ ਕਮੇਟੀ ਆਪ ਨਹੀਂ ਕਰ ਰਹੀ, ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਰ ਰਹੀ ਹੈ, ਕਿਉਂਕਿ ਸਾਡੀ ਧਾਰਮਿਕ ਆਸਥਾ ਵਾ। ਕੱਲ ਨੂੰ ਕਿਸੇ ਵੀ ਜੱਜ ਤੋਂ ਕਰਵਾਈ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ। ਇਸ ਗੱਲ ਲਈ ਅਸੀਂ ਬਿਲਕੁਲ ਸਹਿਯੋਗ ਕਰਾਂਗੇ। ਥੈਂਕ ਯੂ ਗਰੇਵਾਲ ਜੀ ਸਰ, ਥੈਂਕ ਯੂ ਵੈਰੀ ਮਚ। ਅਮਰਿੰਦਰ ਜੀ ਸੰਖੇਪ ਦੇ ਵਿੱਚ ਮੈਂ ਜਵਾਬ ਚਾਹਾਂਗਾ। ਗਰੇਵਾਲ ਸਾਹਿਬ ਨੇ ਕਿਹਾ ਵੀ ਜੇ ਕਿਸੇ ਨੇ ਕਤਾਈ ਕੀਤੀ ਹੈ, ਮੁਲਾਜ਼ਮ ਨੇ ਕੀਤੀ ਹੈ, ਤੇ ਹੋਰ ਉਸ ਮਾਮਲੇ ਦੀ ਜਾਂਚ ਵੀ ਕਰਾਂਗੇ। ਪਰ ਅਮਰਿੰਦਰ ਜੀ ਜਦੋਂ ਆਪਾਂ ਗੱਲ ਕਰਦੇ ਹਾਂ, ਚਾਹੇ ਕਤਾਈ ਮੁਲਾਜ਼ਮ ਨੇ ਕੀਤੀ ਹੋਵੇ, ਤੁਸੀਂ ਆਪ ਪਹਿਲਾਂ ਬਰਗਾੜੀ ਕਾਂਡ ਦਾ ਜ਼ਿਕਰ ਕੀਤਾ ਹੈ, ਉੱਥੇ ਗੋਲੀ ਤਾਂ ਚਾਹੇ ਚਲਾਈ ਹੋਵੇ SHO ਨੇ ਚਾਹੀ ਹੋਵੇ SSP ਨੇ, DGP ਸਮੇਤ ਸੈਣੀ ਵੀ ਜ਼ਮਾਨਤਾਂ ਲੈਂਦਾ ਫਿਰਦਾ ਹੈ। ਸੋ ਜ਼ਿੰਮੇਵਾਰੀ ਤਾਂ ਉੱਪਰ ਤੱਕ ਤੈਅ ਹੁੰਦੀ ਹੈ। ਜੇ ਕਿਤੇ ਕਤਾਈ ਹੁੰਦੀ ਹੈ ਤੇ ਨਿਰਪੱਖ ਮਾਮਲੇ 'ਚ ਗਰੇਵਾਲ ਸਾਹਿਬ ਦੇ ਕਹਿਣਾ ਕਿਸੇ ਵੀ ਹੱਦ ਤੱਕ ਅਸੀਂ ਜਾਂਚ ਕਰਾਉਣ ਲਈ ਤਿਆਰ ਹਾਂ। ਸੰਖੇਪ ਦੇ ਵਿੱਚ ਅਮਰਿੰਦਰ ਜੀ। ਬਿਲਕੁਲ ਸਿੱਧੂ ਸਾਹਿਬ ਬਿਲਕੁਲ ਇਹਨਾਂ ਨੇ ਖੁਦ ਹੀ ਕਿਹਾ ਕਿ ਜਿਸ ਦਿਨ ਅਗਨ ਭੇਟ ਹੋਏ ਆ ਸਰੂਪ, ਉਸ ਤੋਂ ਅਗਲੇ ਦਿਨੇ ਪਹੁੰਚ ਗਏ ਆ ਉੱਥੇ, ਸਾਰੀ ਐਗਜ਼ੈਕਟਿਵ ਪਹੁੰਚ ਗਈ ਹੈ ਤੇ ਉਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ। ਗੱਲ ਇਹ ਹੁਣ ਵੀ 6 ਮਹੀਨੇ ਹੋ ਗਏ ਆ ਉਸ ਮੁਲਾਜ਼ਮ ਨੂੰ ਰਿਟਾਇਰ ਹੋਏ ਨੂੰ। 6 ਮਹੀਨੇ ਤੋਂ ਉਹਨੂੰ ਨੋਟਿਸ ਦਿੱਤਾ ਹੋਇਆ, ਉਹਦੀ ਤਨਖਾਹ ਰੋਕੀ ਹੋਈ ਆ, ਉਹਦੇ ਜਿਹੜੇ ਹੋਰ ਪਰਕਸ ਆ ਉਹ ਰੋਕੇ ਹੋਏ ਆ। ਹੁਣ 6 ਮਹੀਨੇ 'ਚ ਦੱਸ ਦਿਨ ਇਹਨਾਂ ਨੇ ਕੀ ਕੀਤਾ ਹੈ। ਗੱਲ ਇਹ ਤੇ ਦੂਸਰੀ ਗੱਲ ਇਹ ਕਹਿ ਰਹੇ ਕਿ ਵੀ ਜਿਹੜੇ ਸਾਡੇ ਮੁਲਾਜ਼ਮ ਹੈ, ਮੈਂ ਤਾਂ ਇਹਨਾਂ ਦੇ ਮੁਲਾਜ਼ਮਾਂ ਦੇ ਉੱਪਰ ਹੀ ਕੁਐਸਚਨ ਮਾਰਕ ਲਗਾ ਰਿਹਾ ਕਿ ਮੁਲਾਜ਼ਮਾਂ ਦੇ ਵਿੱਚ ਡੇਰਿਆਂ ਦੇ ਇੰਨੇ ਸਿੰਪਥਾਈਜ਼ਰ ਮੁਲਾਜ਼ਮ ਇਹਨਾਂ ਨੇ ਬਣਾ ਲਏ ਹੈ ਕਿ ਉਹਨਾਂ ਦੀ ਜਿਹੜੀ ਹੈ ਪਛਾਣ ਕਰਨੀ ਔਖੀ ਹੋਈ ਹੈ। ਡੇਰਾ ਬਿਆਸ, ਡੇਰਾ ਸਰਸਾ, ਡੇਰਾ ਉਹਨਾਂ ਦੀਆਂ ਸਿਫਾਰਿਸ਼ਾਂ ਇੰਨੀਆਂ ਇਹਨਾਂ ਕੋਲ ਕਿ ਇਹਨੂੰ ਰੱਖ ਲਓ ਜੀ, ਇਹਨੂੰ ਭਰਤੀ ਕਰ ਲਓ। ਤੇ ਇਹ ਸਾਰੇ ਬੰਦੇ ਮਤਲਬ ਭੇਖੀ ਬੰਦੇ, ਉਹਨਾਂ ਨੇ ਉੱਪਰ ਨੂੰ ਗਾਤਰਾ ਪਾਇਆ ਨੌਕਰੀ ਲਈ, ਤੇ ਜਿਸ ਦਿਨ ਰਿਟਾਇਰ ਹੋਏ ਉਸ ਦਿਨ ਗਾਤਰਾ ਉਤਾਰਤਾ। ਇਸ ਤਰੀਕੇ ਦੇ ਬੰਦੇ ਉੱਥੇ ਭਰਤੀ ਕੀਤੇ ਹੋਏ ਆ। ਸੋ ਇਹ ਇਹਨਾਂ ਨੇ ਮਤਲਬ ਇਹਨੂੰ ਖਿਡੌਣਾ ਬਣਾ ਲਿਆ, ਇਸ ਨੂੰ ਧਰਮ ਨੂੰ। ਇਸ ਦੀ ਬਹੁਤ ਜ਼ਿਆਦਾ ਇਹਨੂੰ ਮਤਲਬ ਕੜਰੇ ਹੱਥੀ ਇਹਨੂੰ ਲੈਣ ਦੀ ਲੋੜ ਹੈ ਤੇ ਐਡਾ ਸੌਖਾ ਕੰਮ ਨਹੀਂ ਹੈ। ਇਹ ਇੰਨਾ ਹੀ ਕਰਦੇ ਹਨ ਕਿ ਇੰਨੀ ਹੋ ਗਈ ਇਹਨਾਂ ਨੂੰ ਕਿ ਬਈ ਇਹ ਗਰੇਵਾਲ ਸਾਹਿਬ ਅੱਗੇ ਲੱਗਣ, ਆਪਣੀ ਜ਼ਿੰਮੇਵਾਰੀ ਸਮਝਣ ਕਿ ਬਾਕੀ ਕਮੇਟੀ ਤੋਂ ਘੱਟ ਉਮੀਦ ਹੈ। ਪਰ ਇਹ ਜੇ ਗਰੇਵਾਲ ਸਾਹਿਬ ਵਰਗੇ ਬੰਦੇ ਉਹਦੇ ਬੈਠੇ ਆ ਕਿ ਜਿਹੜੇ ਮਤਲਬ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਦੀ ਸਮਰੱਥਾ ਰੱਖਦੇ ਆ, ਤੇ ਮੈਨੂੰ ਉਮੀਦ ਹੈ ਕਿ ਇਹਨੂੰ ਆਪਣਾ ਨਿੱਜੀ ਕੰਮ ਨੂੰ ਸਿਰੇ ਲਾਣਗੇ ਗੱਲ ਨੂੰ। ਜੀ ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਇਸ ਮੁੱਦੇ ਤੇ ਆਉਣ ਲਈ ਮੈਂ ਅਮਰਿੰਦਰ ਜੀ, ਗਰੇਵਾਲ ਸਾਹਿਬ, ਡਾਕਟਰ ਸੋਤਾ ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਹਾਂ। ਇਸ ਨਾਜ਼ੁਕ ਤੇ ਪਾਲਕ ਮੁੱਦੇ ਤੇ ਰਾਏ ਵੱਖਰੋ ਵੱਖਰੀ ਹੋ ਸਕਦੀ ਹੈ, ਪਰ ਸਾਡੇ ਤਿੰਨੇ ਮਹਿਮਾਨ ਇਸ ਮੁੱਦੇ ਤੇ ਸਹਿਮਤ ਹੈ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਔਰ ਦੋਸ਼ੀ ਚਾਹੇ ਕਿਸੇ ਵੀ ਪੱਧਰ ਦਾ ਹੋਵੇ ਉਸ ਨੂੰ ਸੰਗਤੀ ਰੂਪ 'ਚ ਕਟਹਿਰੇ 'ਚ ਖੜਾ ਕੀਤਾ ਜਾਏਗਾ। ਤੇ ਜਿਹੜੇ ਵੀ ਚਾਹੇ ਅਧਿਕਾਰਤ ਪੱਧਰ ਤੇ ਜ਼ਿੰਮੇਵਾਰ ਹੈ, ਜ਼ਿੰਮੇਵਾਰੀਆਂ ਤਾਂ ਤੈਅ ਹੋਣਗੀਆਂ ਤੇ ਸਵਾਲ ਵੀ ਜ਼ਿੰਮੇਵਾਰੀਆਂ ਦੇ ਬਾਰੇ 'ਚ ਉੱਠਦੇ ਰਹਿਣਗੇ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਮੋੜ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ। ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।